ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ
ਸਿਰ ਚਰਨਨ ਪਰ ਧਾਰ। ਵਾਹਿਗੁਰੂ ਸਾਹਿਬ ਜੀਓ। ਦੋਹਰਾ ਬੁੱਧੂ ਨਾਮ ਕੁਲਾਲ ਇੱਕ, ਸਤਿਗੁਰ ਕੋ ਸਿਖ ਧੀਰ। ਲਵਪੁਰ ਮਹਿ ਤਿਸ ਕੋ ਸਦਨ, ਜਾਤ ਗੁਰੂ ਕੇ ਤੀਰ। ਬੁੱਧੂ ਨਾਮ ਕੁਲਾਲ ਇੱਕ, ਸਤਿਗੁਰ ਕੋ ਸਿਖ ਧੀਰ। ਲਵਪੁਰ ਮਹਿ ਤਿਸ ਕੋ ਸਦਨ, ਜਾਤ ਗੁਰੂ ਕੇ ਤੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ, ਜਹਰਾ ਜਹੂਰ ਦੀਨਾ ਬੰਧੂ, ਭਗਤ ਵਛਲ ਗੁਰੂ ਗਰੀਬ ਨਵਾਜ। ਨਿਹਚਲ ਚੌਰ ਛਤਰ ਤਖਤ ਕੇ ਮਾਲਕ, 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਹਾਜ਼ਰੇ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡੇ ਭਾਗਾਂ ਦੇ ਸਦਕਾ ਪਾਵਨ ਪਵਿੱਤਰ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਆਪਣਿਆਂ ਨੇਤਰਾਂ ਨੂੰ ਸਫਲ ਬਣਾਇਆ ਹੈ। ਪਾਵਨ ਗੁਰੂ ਦਰਬਾਰਾਂ ਅੰਦਰ ਸਤਿਗੁਰਾਂ ਦੇ ਹਜ਼ੂਰ ਚੱਲ ਰਹੀ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਲੜੀਵਾਰ ਅੰਮ੍ਰਿਤ ਰੂਪ ਗਾਥਾ ਆਪ ਜੀ ਨਿਤਾ ਪ੍ਰਤੀ ਕੰਮਾਂ-ਕਾਰਾਂ ਨੂੰ ਸੰਕੋਚਦੇ ਹੋਏ ਸ਼ਰਵਣ ਕਰਕੇ ਆਪਣਾ ਸਮਾਂ ਸਫਲ ਬਣਾ ਰਹੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ, ਜਿਸ ਵਿੱਚ ਗਰੀਬ ਨਵਾਜ ਮਹਾਰਾਜ ਦੇ ਅਨੰਨ ਸੇਵਕ, ਕਮਾਈ ਵਾਲੀਆਂ, ਬੰਦਗੀ ਵਾਲੀਆਂ, ਸੇਵਾ ਵਾਲੀਆਂ ਰੂਹਾਂ ਦਾ ਪ੍ਰਸੰਗ ਆ ਰਿਹਾ, ਚੱਲ ਰਿਹਾ। ਕੱਲ੍ਹ ਦੇ ਦੀਵਾਨ ਵਿੱਚ ਆਪਾਂ ਭਾਈ ਬਹਿਲੋ ਜੀ ਦਾ ਪ੍ਰਸੰਗ ਸ਼ਰਵਣ ਕੀਤਾ ਹੈ। ਭਾਈ ਬਹਿਲੋ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰ ਘਰ ਦੇ ਸਿੱਖ ਹੋਏ, ਕਿਵੇਂ ਸਿੱਖ ਬਣੇ। ਫਫਰੇ ਨਗਰ ਦੇ ਰਹਿਣ ਵਾਲੇ ਸਨ। ਇੱਧਰ ਮਾਲਵੇ ਵਿੱਚ ਭਾਈ ਕਾ ਫਫਰਾ ਨਗਰ ਹੈ ਕੋਈ, ਅਰੇ ਸਖੀ ਸਰਵਰ ਲਾਲਾਂ ਵਾਲੇ ਦੇ ਪੁਜਾਰੀ ਹੈ। ਸੱਚੇ ਪਾਤਸ਼ਾਹ ਮਹਾਰਾਜ ਦੇ ਇਹ ਸਿੱਖ ਰਹੇ ਹੈ। ਪਿਛਲੇ ਜਾਮਿਆਂ ਵਿੱਚ ਸਤਿਗੁਰਾਂ ਨੂੰ ਸਿੱਖ ਦੀ ਲਾਜ ਹੁੰਦੀ ਹੈ। ਮਹਾਰਾਜ ਨੇ ਆਪਣਾ ਬਿਰਦ ਪਛਾਣਦਿਆਂ, ਸੰਭਾਲਦਿਆਂ ਹੋਇਆਂ ਸਿੱਖ ਦੇ ਹੱਥ ਨੂੰ 2 ਵਾਰੀ ਹੁਕਮਨਾਮਾ ਭੇਜਿਆ। ਦੱਸਿਆ ਵੀ ਤੂੰ ਪਿਛਲੇ ਜਨਮਾਂ ਵਿੱਚ ਸਾਡਾ ਸਿੱਖ ਸੀ, ਇਸ ਲਈ ਸਾਨੂੰ ਤੇਰੀ ਲਾਜ ਹੈ। ਆ ਅੰਮ੍ਰਿਤਸਰ ਦੀ ਸੇਵਾ ਕਰਕੇ ਆਪਣਾ ਮਨੁੱਖਾ ਸਰੀਰ ਜੂਨ ਸਫਲੀ ਬਣਾ। ਸੱਚੇ ਪਾਤਸ਼ਾਹ ਜੀਆਂ ਦੇ ਪਾਸ
ਜਾਣ ਲਈ ਮੰਨਿਆ, ਪਰ ਉਹ ਜਿਵੇਂ ਸ਼ਰਤ ਜੀ ਰੱਖੀ ਮਨ ਵਿੱਚ ਹੀ, ਕਿਉਂਕਿ ਪੀਰ ਨੂੰ ਵੀ ਬੜਾ ਮੰਨਦਾ ਹੈ। ਤੇ ਮਨ ਵਿੱਚ ਵਿਚਾਰ ਕੀਤੀ ਵੀ ਜੇ ਸਤਲੁਜ ਦਰਿਆ ਲੰਘਣ ਤੋਂ ਪਹਿਲਾਂ ਪਹਿਲਾਂ ਪੀਰ ਨੇ ਮੈਨੂੰ ਰੋਕ ਲਿਆ ਤੇ ਮੈਂ ਜਾਣਾਂਗਾ ਪੀਰ ਬਲ ਵਾਲਾ, ਤੇ ਜੇ ਨਾ ਰੋਕ ਪਾਇਆ, ਕੋਈ ਵਿਘਨ ਨਾ ਪਿਆ, ਤੇ ਮੈਂ ਸਮਝਾਂਗਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਤਾਪੀ ਹੈ, ਸਤਿਗੁਰਾਂ ਦਾ ਪ੍ਰਤਾਪ ਵਧੀਕ ਹੈ। ਜਦੋਂ ਗਿਆ ਤੇ ਹੋਇਆ ਇਸ ਤਰ੍ਹਾਂ ਹੀ, ਕੋਈ ਵਿਘਨ ਨਾ ਪਿਆ। ਉਹ ਲਾਲਾਂ ਵਾਲੇ ਪੀਰ ਦੀ ਖੂੰਡੀ ਤੇ ਜੋ ਵੀ ਉਹ ਨਿਸ਼ਾਨੀਆਂ ਹੁੰਦੀਆਂ ਸਾਰੀਆਂ ਵਗਾ ਕੇ ਸਤਲੁਜ ਦਰਿਆ ਵਿੱਚ ਸੁੱਟ ਮਾਰੀਆਂ। ਅੰਮ੍ਰਿਤਸਰ ਸਾਹਿਬ ਪਹੁੰਚੇ। ਗਰੀਬ ਨਵਾਜ ਸਤਿਗੁਰਾਂ ਨੇ ਇਹਦੀ ਸੇਵਾ ਲਾਈ, ਜਿੱਥੇ ਇੱਟਾਂ ਪਕਾਉਣ ਵਾਲੇ ਆਵੇ ਲੱਗੇ ਹੋਏ ਸਨ, ਤੇ ਭਾਈ ਬਹਿਲੋ ਜੀ ਬੜੀ ਸੇਵਾ ਕੀਤੀ। ਸਮਾਂ ਬਤੀਤ ਹੋਇਆ। ਇੱਕ ਦਿਨ ਕਿਸੇ ਸਿੱਖ ਪਾਸੋਂ ਪੁੱਛਿਆ ਵੀ ਇੱਟਾਂ ਲੱਕੜ ਨਾਲ ਜਾਂ ਗੂਣੇ ਨਾਲ ਜਾਂ ਕੂੜੇ ਨਾਲ, ਪੱਤਿਆਂ ਨਾਲ, ਵੀ ਕਿਹੜੀ ਚੀਜ਼ ਵਿੱਚ ਪਾਈਏ ਆਵਿਆਂ ਦੇ ਵੀ ਇੱਟਾਂ ਜ਼ਿਆਦੀਆਂ ਪੱਕਣ, ਸੋਹਣੀਆਂ ਪੱਕਣ। ਉਸ ਬਜ਼ੁਰਗ ਸਿੱਖ ਨੇ ਦੱਸਿਆ ਕਿ ਜੇ ਕਿਤੇ ਇਹਦੇ ਵਿੱਚ ਵਿਸ਼ਟਾ ਪਵੇ, ਜਿਵੇਂ ਆ ਕੋਈ ਗੋਹਾ, ਲਿੱਦ ਆਦਿਕ, ਰੂੜੀ ਆਦਿਕ, ਧੁਖਣ ਵਾਲੀ ਚੀਜ਼ ਪਵੇ, ਤੇ ਇੱਟਾਂ ਸੋਹਣੀਆਂ ਪੱਕਦੀਆਂ। ਫਿਰ ਉਸ ਦਿਨ ਤੋਂ ਤਿਆਰ ਬਰ ਤਿਆਰ ਹੋ ਕਰਕੇ ਪੱਕੀ ਸੇਵਾ ਲੈ ਲਈ। ਸਾਰੇ ਸ਼ਹਿਰ ਦਾ ਕੂੜਾ ਆਪਣੇ ਸਿਰ ਤੇ ਢੋ ਢੋ ਕੇ, ਗਧਿਆਂ ਦੀਆਂ ਗੂਣਾਂ ਭਰ ਕੇ, ਤੇ ਭਾਈ ਬਹਿਲੋ ਜੀ ਲੈ ਕੇ ਆਉਂਦੇ। ਇੱਟਾਂ ਦੀ ਚਣਵਾਈ ਕਰਵਾਉਂਦੇ, ਆਵਿਆਂ ਵਿੱਚ ਗੂਣਾ ਪਾਉਂਦੇ, ਰੂੜੀ ਪਾਉਂਦੇ, ਕੂੜਾ ਲਿਆ ਲਿਆ ਕੇ ਸ਼ਹਿਰ ਚੋਂ ਪਾਉਂਦੇ ਰਹੇ। ਜਦੋਂ ਆਵੇ ਖੁੱਲ੍ਹੇ ਤੇ ਸਾਰਿਆਂ ਤੋਂ ਸੋਹਣੀਆਂ ਇੱਟਾਂ ਫਿਰ ਭਾਈ ਬਹਿਲੋ ਜੀ ਦੀਆਂ ਨਿਕਲੀਆਂ ਸਨ। ਸਾਰੇ ਵੇਖ ਕੇ ਹੈਰਾਨ ਹੋਏ। ਮਹਾਰਾਜ ਨੇ ਪੁੱਛਿਆ, ਭਾਈਏ ਬਹੁਤ ਸੁੰਦਰ ਇੱਟਾਂ ਪੱਕੀਆਂ। ਦੱਸਿਆ, ਮਹਾਰਾਜ ਆਵੇ ਭਾਈ ਬਹਿਲੋ ਜੀ ਨੇ ਚਲਾਏ ਹੈ। ਭਾਈ ਬਹਿਲੋ ਜੀ ਦੀ ਸੇਵਾ ਦਾ ਇਹ ਨਿਖਾਰ ਹੈ। ਸਤਿਗੁਰਾਂ ਫਿਰ ਵਰਦਾਨ ਦਿੱਤਾ ਸੀ, ਭਾਈ ਬਹਿਲੋ ਸਭ ਤੋਂ ਪਹਿਲੋਂ ਵੀ ਸਾਰਿਆਂ ਸਿੱਖਾਂ ਵਿੱਚ ਸ੍ਰੇਸ਼ਟ, ਸਿੱਖੀ ਵਿੱਚ ਪਹਿਲੇ ਦਰਜੇ ਦਾ ਸਿੱਖ ਹੈ। ਲੋਕ ਪਰਲੋਕ ਵਿੱਚ ਪਹਿਲੇ ਨੰਬਰ 'ਤੇ ਹੈ। ਤੇ ਹੈ ਐਸਾ ਹੀ ਸੀ ਵੀ ਜਦੋਂ ਪੀਰ ਨੂੰ ਮੰਨਦਾ ਸੀ, ਉਦੋਂ ਵੀ ਸਾਰਿਆਂ ਤੋਂ ਮੋਹਰੀ ਹੋ ਕੇ ਉੱਥੇ ਲੈ ਲੈ ਕੇ ਨਗਾਏ ਜਾਂਦਾ ਰਿਹਾ। ਤੇ ਜਦੋਂ ਫਿਰ ਇਹ ਸਤਿਗੁਰਾਂ ਦੇ ਘਰ ਦਾ ਸਿੱਖ ਬਣਿਆ, ਤੇ ਜਿੱਥੇ ਮਹਾਰਾਜ ਨੇ ਡਿਊਟੀ ਲਾਈ, ਉੱਥੇ ਵੀ ਇਹ ਸਾਰਿਆਂ ਤੋਂ ਮੋਹਰੀ ਹੋ ਕੇ ਲੱਕ ਬੰਨ੍ਹ ਕੇ ਨੇ ਸੇਵਾ ਕੀਤੀ। ਇਸ ਤਰ੍ਹਾਂ ਫਿਰ ਇੱਕ ਘਟਨਾ ਹੋਰ ਘਟੀ ਵੀ ਮਹਾਰਾਜ ਦੇ ਬੈਠਿਆਂ ਹੋਇਆਂ ਲਾਂਗਰੀ ਸਿੱਖ ਨੇ ਆ ਕੇ ਬੇਨਤੀ ਕੀਤੀ ਵੀ ਮਹਾਰਾਜ ਲੰਗਰ ਜਿਹੜਾ ਉਹ ਮਸਤਾਨਾ ਹੋ ਗਿਆ, ਆਟਾ ਕਿਸੇ ਕਾਰਨ ਪੀਸਿਆ ਨਹੀਂ ਗਿਆ ਤੇ ਲੰਗਰ ਵਿੱਚ ਅੜਚਣ ਪੈ ਰਹੀ ਹੈ। ਜਾਨੀ ਜਾਨ ਸਤਿਗੁਰੂ ਸੰਗਤ ਵਿੱਚ ਬੋਲੇ ਵੀ ਇਹ ਤੂੰ ਨਾ ਫਿਕਰ ਕਰ, ਆਪੇ ਲੰਗਰ ਕੋਈ ਹੋਰ ਸਿੱਖ ਚਲਾ ਲਵੇਗਾ। ਇੰਨੇ ਨੂੰ ਭਾਈ ਬਹਿਲੋ ਜੀ ਖੜੇ ਹੋਏ, ਹੱਥ ਜੋੜ ਕੇ ਆਖਿਆ, ਮਹਾਰਾਜ ਤੁਸਾਂ ਮੈਨੂੰ ਰੋਜ਼ ਦੀ ਰੋਜ਼ ਜਾਂ 15 ਤੇ ਸੁੱਕੀ ਰਸਤ ਲੰਗਰ ਵੱਲੋਂ ਦੇਣੀ ਨੀਅਤ ਕੀਤੀ ਹੋਈ ਸੀ, ਤੇ ਉਹ ਰਸਤ ਮੈਂ ਵਰਤੀ ਨਹੀਂ, ਕਿਉਂਕਿ ਮੈਂ ਇੱਥੋਂ ਮੰਗ ਤੰਗ ਕੇ ਛਕ ਲੈਂਦਾ ਸੀ। ਜਿਉਂ ਦੀ ਤਿਉਂ 6 ਮਹੀਨਿਆਂ ਦਾ ਰਾਸ਼ਨ ਪਿਆ, ਤੁਹਾਡਾ ਹੀ ਦਿੱਤਾ ਮਹਾਰਾਜ, ਆਪ ਦਾਤ ਇਹੋ, ਤੇ ਲੰਗਰ ਵਿੱਚ ਵਰਤਿਆ ਜਾਵੇ। ਸੱਚੇ ਪਾਤਸ਼ਾਹ ਜੀ ਫਿਰ ਕਿਹਾ ਕਿ ਭਾਈ ਬਹਿਲੋਂ ਇਸ ਤਰ੍ਹਾਂ ਨਹੀਂ ਕਰਨਾ ਬਈ, ਅੱਗੇ ਤੋਂ ਸਿੱਖਾਂ ਦੇ ਘਰਾਂ ਚੋਂ ਮੰਗ ਕੇ ਜਦੋਂ ਖਾਏਗਾ ਕੋਈ, ਜਾਂ ਕੁਝ ਜੂਠਾ ਛਕੇਗਾ, ਤੇ ਸਾਡਾ ਧਿਆਨ ਧਰ ਕੇ ਤੂੰ ਛਕਦਾ ਹੈ, ਉਹ ਸਾਨੂੰ ਆਉਂਦਾ ਹੈ। ਇਸ ਕਰਕੇ ਅੱਗੇ ਤੋਂ ਇਹ ਕਿਰਿਆ ਨਹੀਂ ਕਰਨੀ ਭਾਈ, ਗੁਰੂ ਕੇ ਲੰਗਰ ਚੋਂ ਪ੍ਰਸ਼ਾਦਾ ਛਕਣਾ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਪਾਸੋਂ ਬੇਅੰਤ ਬੇਅੰਤ ਵਰਦਾਨ, ਅਰ ਗੁਰੂ ਕੀ ਖੁਸ਼ੀ ਲਈ ਪ੍ਰੇਮ ਦਾ ਰੰਗ ਚੜ੍ਹਿਆ। ਨਾਮ ਜਪਦਿਆਂ ਜਪਾਉਂਦਿਆਂ
ਸਰੋਵਰ ਦੀ ਸੇਵਾ ਕਰਦੇ ਰਹੇ ਭਾਈ ਬਹਿਲੋ ਜੀ। ਟੋਕਰੇ ਭਰ ਭਰ ਕੇ ਮਿੱਟੀ ਦੇ ਟੋਏ। ਭਾਈ ਭਗਤੂ ਜੀ ਦਾ ਦੱਸਦੇ ਬੜਾ ਪ੍ਰੇਮ ਸੀ ਭਾਈ ਬਹਿਲੋ ਜੀ ਦੇ ਨਾਲ। ਇਹ ਸਮਕਾਲੀ ਸਿੱਖ ਹੋਏ ਆ ਸਾਰੇ। ਭਾਈ ਭਗਤੂ ਜੀ ਵੀ ਆ ਜਾਂਦੇ ਸੀ ਆਪਣੇ ਪਿੰਡ ਚੋਂ ਕਈ ਕਈ ਮਹੀਨੇ ਸੇਵਾ ਕਰਨ ਸਰੋਵਰ ਬਣਦੇ ਦੀ। ਤੇ ਭਾਈ ਬਹਿਲੋਂ ਭਾਈ ਭਗਤੂ ਜੀ ਰਲ ਰਲ ਕੇ ਬੜੀ ਸੇਵਾ ਕਰਦੇ। ਇੱਕ ਦੂਜੇ ਨੂੰ ਟੋਕਰੇ ਵੱਡੇ ਵੱਡੇ ਭਰ ਭਰ ਕੇ ਪਰਖਾਂ ਕਰਦੇ ਮਾਰੇ, ਬਲ ਵਿਖਾਉਣ ਦੇ ਮਾਰੇ, ਤੇ ਫਿਰ ਇਸ ਤਰ੍ਹਾਂ ਰਲ ਮਿਲ ਕਰਕੇ ਸੇਵਾ ਕਰਦੇ ਰਹੇ ਆ। ਇਹ ਪ੍ਰਸੰਗ ਆਪਾਂ ਕੱਲ੍ਹ ਸੁਣਿਆ। ਅੱਗੇ ਭਾਈ ਬੁੱਧੂ ਮਹਾਰਾਜ ਦਾ ਸਿੱਖ ਹੋਇਆ ਤੇ ਇੱਕ ਭਾਈ ਲੱਖੂ ਜੀ ਹੋਏ। ਇਹਨਾਂ ਦਾ ਆਪਸੀ ਜਿਵੇਂ ਛੋਟੀ ਜਿਹੀ ਗੱਲ ਤੋਂ ਉਹ ਬਚਨ ਭਾਈ ਲੱਖੂ ਜੀ ਦੇ ਕਹਿਣੇ ਪ੍ਰਸ਼ਾਦਾ ਮੰਗੇ ਤੇ ਵੀ ਇਹ ਮੈਨੂੰ ਪ੍ਰਸ਼ਾਦਾ ਨਾ ਛਕਾਇਆ, ਲੈ ਕਰਾਈ ਜਾ ਅਰਦਾਸਾਂ ਸਿੱਖਾਂ ਤੋਂ, ਆਵਾ ਤੇਰਾ ਕੱਚਾ ਹੀ ਰਹੇਗਾ, ਇੱਟਾਂ ਨਹੀਂ ਪੂਰੀਆਂ ਪੱਕੀਆਂ ਹੋਣੀਆਂ। ਕੁਝ ਪ੍ਰਸੰਗ ਆਉਂਦਾ ਵੀ ਕਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖ ਦਾ ਪੱਖ ਕਰ ਜਾਂਦੇ ਆ ਬਾਣੀ ਪੜ੍ਹਨ ਵਾਲੇ ਦਾ। ਤੇ ਜੇ ਸਿੱਖ ਦਾ ਬਚਨ ਪੂਰਨ ਕਰਨ ਵਾਸਤੇ ਸਤਿਗੁਰਾਂ ਨੂੰ ਆਪ ਦਾ ਬਚਨ ਵੀ ਫੇਰਨਾ ਪਵੇ, ਮੋੜਨਾ ਪਵੇ, ਤੇ ਮਹਾਰਾਜ ਮੋੜ ਲੈਂਦੇ ਆ। ਸੱਚੇ ਪਾਤਸ਼ਾਹ ਮਹਾਰਾਜ ਜੀ ਸਿੱਖਾਂ ਦੀ ਵਡਿਆਈ ਚਾਹੁੰਦੇ ਆ। ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ। ਤੋ ਐਸਾ ਹੀ ਪ੍ਰਸੰਗ ਅੱਜ ਆ ਰਿਹਾ। ਚਿੱਤ ਬਿਰਤੀ ਇਕਾਗਰ ਕਰੋ ਜੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਹਿਰਦੇ ਵਸਾਓ। ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੁੱਧੂ ਨਾਮ ਕੁਲਾਦ ਇੱਕ। ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀ ਇੱਥੇ ਪ੍ਰਸੰਗ ਦੂਜੇ ਰਾਸ 48 ਅੰਸੂ ਵਿੱਚ ਦਰਜ ਕਰਦੇ ਹੋਏ ਲਿਖਦੇ ਆ। ਕਹਿੰਦੇ ਕਿ ਇੱਕ ਗੁਰੂ ਕਾ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਦਾ ਸਤਿਗੁਰਾਂ ਦਾ ਸਿੱਖ ਘੁਮਿਆਰ ਜਾਤੀ ਦਾ, ਤੇ ਜਿਹਦਾ ਨਾਮ ਭਾਈ ਬੁੱਧੂ ਹੈ ਸੀ। ਸਤਿਗੁਰ ਕੋ ਸਿੱਖ ਧੀਰ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦਾ ਬੜਾ ਧੀਰਜ ਵਾਲਾ, ਧੀਰਜ ਧਾਰੀ ਸਿੱਖ ਹੋਇਆ ਹੈ। ਲਵਪੁਰ ਮਹਿ ਤਿਸ ਕੋ ਸਦਨ। ਤੇ ਭਾਈ ਬੁੱਧੂ ਜੀ ਦਾ ਘਰ ਜਿਹੜਾ ਲਾਹੌਰ ਵਿੱਚ ਹੈ, ਲਾਹੌਰ ਦੇ ਰਹਿਣ ਵਾਲਾ ਇੱਕ ਘੁਮਿਆਰ ਸਿੱਖ ਹੈ। ਜਾਤ ਗੁਰੂ ਕੇ ਤੀਰ। ਤੇ ਸੇਵਾ ਕਰਨ ਵਾਸਤੇ ਲਾਹੌਰੋਂ ਚੱਲ ਕੇ ਅਕਸਰ ਹੀ ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਸ ਅੰਮ੍ਰਿਤਸਰ ਜਾਂਦਾ ਰਹਿੰਦਾ ਹੈ। ਚੌਪਈ ਸਿੱਖਿਅਨ ਕੀ ਬਹੁ ਸੇਵਾ ਕਰਈ। ਭਾਈ ਬੁੱਧੂ ਜੀ ਬੜੀ ਸ਼ਰਧਾ ਭਾਵਨਾ ਵਾਲੇ ਹੈ ਤੇ ਸਤਿਗੁਰਾਂ ਦੇ ਘਰ ਦੇ ਸਿੱਖਾਂ ਦੀ ਅਕਸਰ ਹੀ ਸੇਵਾ ਕਰਦੇ ਰਹਿੰਦੇ ਆ, ਚਰਨ ਪਰਸਦੇ ਰਹਿੰਦੇ ਆ। ਧਰਮ ਕਿਰਤ ਕੀ ਜੀਵਾ ਤਰਈ। ਤੇ ਸਦਾ ਧਰਮ ਦੀ ਕਿਰਤ ਕਰਦੇ ਆ, ਕੋਈ ਪਾਪ ਦੀ ਠੱਗੀ ਦੀ ਕਿਰਤ ਨਹੀਂ ਕਰਦੇ। ਦਸਾਂ ਨੌਹਾਂ ਦੀ ਧਰਮ ਦੀ ਹੱਕ ਦੀ ਕਮਾਈ ਕਰਦੇ ਆ। ਗੁਰੂ ਭਰੋਸੇ ਕਾਰ ਕਰੰਤਾ। ਇਹ ਭਾਈ ਬੁੱਧੂ ਗੁਰੂ ਕਾ ਸਿੱਖ ਸਤਿਗੁਰਾਂ ਦੇ ਬੜਾ ਭਰੋਸਾ ਰੱਖਣ ਵਾਲਾ ਹੈ ਤੇ ਸਾਰੇ ਕੰਮ ਜਿੰਨੇ ਕਰਦਾ ਮਹਾਰਾਜ ਦਾ ਓਟ ਆਸਰਾ ਲੈ ਕੇ ਕਰਦਾ। ਸੱਚੇ ਪਾਤਸ਼ਾਹ ਜੀਆਂ ਤੇ ਬੜਾ ਭਰੋਸਾ ਕਰਦਾ ਹੈ। ਆਪਣੇ ਸਭ ਕਾਰਜ ਨਿਭੰਤਾ। ਤੇ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਹੈ ਭਾਈ ਬੁੱਧੂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਯਾਦ ਕਰਦਾ। ਸਤਿਗੁਰਾਂ ਦੇ ਦਰਸ਼ਨ ਤੇ ਸਤਿਗੁਰਾਂ ਦੇ ਪਾਸ ਅਰਦਾਸ ਕਰਕੇ ਹੀ ਸਾਰੇ ਕੰਮ ਕਰਦਾ ਹੈ। ਲਾਏ ਈਂਟ ਕਾ ਕੀਰ ਪਜਾਵੇ। ਤੇ ਭਾਈ ਬੁੱਧੂ ਦਾ ਹੁਣ ਕੰਮ ਕੀ ਹੈ? ਜਿਵੇਂ ਅੱਜ ਕੱਲ੍ਹ ਭੱਠੇ ਲੱਗੇ ਹੋਏ ਆ, ਉਹਨਾਂ ਸਮਿਆਂ ਵਿੱਚ ਇੱਟਾਂ ਦੇ ਜਿਵੇਂ ਪਜਾਵੇ ਲੱਗਦੇ ਸੀ। ਆਵੇ ਕਹੋ ਇੱਟਾਂ ਪਕਾਉਣ ਵਾਸਤੇ, ਆਵੇ ਕਹੋ ਜਾਂ ਪਜਾਵੇ। ਇਹ ਭਾਈ ਬੁੱਧੂ ਨੇ ਇੱਟਾਂ ਪਕਾਉਣ ਵਾਸਤੇ ਆਪਣੇ
ਨਗਰ ਵਿੱਚ ਪਜਾਵੇ, ਲਾਹੌਰ ਵਿੱਚ ਲਾਏ ਹੋਏ ਐ। ਵਿੱਚ ਹੈ ਪੁਰ ਮਹਿ ਗੁਜਰ ਚਲਾਵੈ। ਤੇ ਜਦੋਂ ਇੱਟਾਂ ਪੱਕੀਆਂ ਉਹ ਪਕਾਉਂਦਾ ਹੈ ਤੇ ਉਹ ਪੱਕੀ ਇੱਟ ਵੇਚ ਕੇ ਆਪਣਾ ਗੁਜ਼ਾਰਾ ਚਲਾਉਂਦਾ ਹੈ। ਸੋਹਣਾ ਇਹਦਾ ਕਾਰੋਬਾਰ ਚੱਲਿਆ ਹੈ। ਗੁਰ ਸਿੱਖਿਅਨ ਕੋ ਕਰ ਹੈ ਆਹਾਰਾ। ਤੇ ਕਮਾਈ ਕਰਕੇ ਫਿਰ ਸਤਿਗੁਰਾਂ ਦੇ ਘਰ ਦੇ ਸਿੱਖਾਂ ਨੂੰ ਪ੍ਰਸ਼ਾਦਾ ਘਰ ਲਿਜਾ ਕੇ ਛਕਾਉਂਦਾ ਰਹਿੰਦਾ ਹੈ। ਪੁਰ ਹੈ ਭਾਵਨਾ ਹਿਰਦੇ ਮਝਾਰਾ। ਜਿਸ ਦੇ ਹਿਰਦੇ ਵਿੱਚ ਬੜੀ ਸੋਹਣੀ ਭਾਵਨਾ ਸਿੱਖਾਂ ਦੇ ਚਰਨ ਪਰਸਦਾ ਹੈ। ਬੜੀ ਸਿੱਖਾਂ ਦੇ ਚਰਨ ਪਰਸ ਕੇ ਆਪਦੀ ਭਾਵਨਾ ਪੂਰ ਲੈਂਦਾ ਹੈ। ਏਕ ਬਾਰ ਤਿਨ ਕੀਨ ਪਜਾਵਾ। ਤੇ ਕਵੀ ਜੀ ਫਿਰ ਇੱਕ ਘਟਨਾ ਦੇ ਹੈ। ਕਹਿੰਦੇ ਭਾਈ ਬੁੱਧੂ ਜੀ ਨੇ ਇੱਕ ਵਾਰੀ ਪੁਜਾਵੇ ਭਰੇ ਇੱਟਾਂ ਪਕਾਉਣ ਵਾਸਤੇ। ਜਦੋਂ ਪੁਜਾਵਿਆਂ ਦਾ ਪੂਰ ਤਿਆਰ ਕਰਨਾ ਸੀ ਬੜਾ ਵੱਡਾ ਹੀ, ਕਈ ਹਜ਼ਾਰ ਦਰਬ ਕੋ ਲਾਵਾ। ਤੇ ਇਹ ਭਾਈ ਬੁੱਧੂ ਨੇ ਆਖਿਆ ਵੀ ਵਾਰ-ਵਾਰ ਚਲੋ ਥੋੜੀ ਥੋੜੀ ਇੱਟ ਕੱਢਦੇ ਆਂ, ਕੋਈ ਵੱਡਾ ਵਪਾਰ ਕਰੀਏ। ਤੇ ਬਹੁਤ ਵਿਆਜ ਤੇ ਜਿਵੇਂ ਪੈਸੇ ਫੜਦੇ ਉਧਾਰੇ ਵਿਆਜ ਤੇ ਪੈਸੇ ਗਹਿਣੇ ਰੱਖ ਰੱਖ ਕੇ ਵਸਤੂਆਂ ਤੇ ਖੁੱਲੀ ਮਾਇਆ ਜਿਹੜੀ ਹੈ ਇਹਨੇ ਖਰਚ ਕੀਤੀ ਆਵਿਆਂ ਤੇ। ਫੜ ਕੇ ਕਰਜ਼ਾ ਲੈ ਕੇ ਤੇ ਕਾਫੀ ਇੱਟ ਜਿਹੜੀ ਆ ਉਹ ਲੇਬਰ ਨੂੰ ਪੈਸਾ ਵੀ ਦੇਣਾ ਹੁੰਦਾ ਹੈ, ਆਦਿਕ ਬੜੇ ਖਰਚੇ। ਖੁੱਲੀ ਮਾਇਆ ਖਰਚ ਕਰਕੇ ਕਰਜ਼ਾ ਚੁੱਕ ਕੇ ਤੇ ਇਹਨੇ ਕਾਫੀ ਆਵੇ ਇਸ ਵਾਰੀ ਪੱਕੇ ਲਾਏ ਹਨ। ਬ੍ਰਿੰਦ ਮਜੂਰ ਕਾਰ ਕੋ ਕਰਤੇ। ਤੇ ਬੜੇ ਮਜ਼ਦੂਰ ਇਕੱਠੇ ਕੀਤੇ, ਦਿਹਾੜੀਦਾਰ ਜਿਨ੍ਹਾਂ ਨੂੰ ਦਿਹਾੜੀ ਦਿੰਦਾ ਹੈ। ਈਂਧਨ ਅਧਿਕ ਈਂਟ ਕਾ ਤਰਤੇ। ਬੜਾ ਮੁੱਲ ਬਾਲਣ ਲੈਣਾ ਪਿਆ, ਕਾਫੀ ਬਾਲਣ ਵੀ ਲਿਆ। ਬੜੀਆਂ ਕੱਚੀਆਂ ਇੱਟਾਂ ਪਾਉਣ ਵਾਲੇ ਕਾਫੀ ਲੇਬਰ ਜਿਹੜੀ ਹੈ ਮਜ਼ਦੂਰ ਉਹ ਸਾਰੇ ਇਕੱਠੇ ਕੀਤੇ ਆ। ਬੜਾ ਤਗੜਾ ਕੰਮ ਕੀਤਾ ਹੈ। ਗਿਰ ਸਮ ਉੱਚੇ ਚਨਕੈ ਕੀਨਾ। ਤੇ ਅੱਗੇ ਤਾਂ ਚਲੋ ਗੁਜ਼ਾਰੇ ਜੋਗੀਆਂ ਇੱਟਾਂ ਪਕਾਉਂਦਾ ਤੇ ਐਤਕੀ ਬੜੇ ਆਵੇ ਪਜਾਵੇ ਜਿਹੜੇ ਵੱਡੇ ਵੱਡੇ ਲਾਏ ਆ। ਪਹਾੜ ਵਾਂਗੂ ਉੱਚੇ ਉੱਚੇ ਇੱਟਾਂ ਚਣਵਾ ਦਿੱਤੀਆਂ ਬਾਲਣ ਨਾਲ। ਰਹੇ ਸਕੇਲਤ ਬਹ ਮਹੀਨਾ। ਤੇ ਕਈ ਮਹੀਨੇ ਹੀ ਲੱਗ ਗਏ ਸੀ ਇਹ ਕਾਰਜ ਕਰਦਿਆਂ। ਮਜ਼ਦੂਰ ਲੱਗੇ ਹੋਏ ਆ, ਕਈ ਮਹੀਨੇ ਹੀ ਬਾਲਣ ਇਕੱਠਾ ਕਰਦੇ ਰਹੇ ਆ। ਲਾਗਤ ਲੱਗਿਓ ਅਧਿਕ ਹੀ ਦਰਬਾਰ। ਤੇ ਬਹੁਤ ਮਾਇਆ ਲੱਗ ਗਈ। ਕਰਜ਼ਾ ਚੁੱਕ ਕੇ ਭਾਈ ਬੁੱਧੂ ਜੀ ਨੇ ਬੜਾ ਖਰਚਾ ਕੀਤਾ, ਬੜੀ ਮਾਇਆ ਲਾਗਤ ਹੋ ਗਈ। ਮਾਇਆ ਦੀ ਬੜੀ ਲਾਗਤ ਹੋਈ ਹੈ। ਲੀਨ ਬਣਕ ਤੇ ਰਿਣ ਕਰ ਸਰਬਾ। ਤੇ ਸਾਰਾ ਜਿਹੜਾ ਸੀ ਨਾ ਉਹ ਬਾਣੀਆਂ ਤੋਂ ਇਹਨੇ ਵਿਆਜ ਤੇ ਮਾਇਆ ਫੜੀ। ਜਿੰਨੀ ਮਾਇਆ ਲਾਈ ਇੱਟਾਂ ਪਾਉਣ ਤੇ ਸਾਰੀ ਵਿਆਜ ਤੇ ਚੁੱਕ ਕੇ ਮਾਇਆ ਲਈ ਹੈ। ਬਿਕਹਿ ਈਂਟ ਕਾ ਦੈਬੋ ਤੋਹੇ। ਤੇ ਬਾਣੀ ਨੂੰ ਆਖਿਆ ਵੀ ਮੈਨੂੰ ਖੁੱਲੀ ਮਾਇਆ ਦੇ, ਜਦੋਂ ਮੇਰੀ ਇੱਟ ਪੱਕੀ ਨਿਕਲੇਗੀ, ਇੱਟ ਵਿਕੇਗੀ, ਫਿਰ ਤੈਨੂੰ ਮੈਂ ਵਿਆਜ ਸਮੇਤ ਵਾਪਸ ਕਰ ਦੇਵਾਂਗਾ। ਕਿਤਕ ਮਾਸ ਮਹਿ ਇਹੋ ਸਿੱਧ ਹੋਏ। ਤੇ ਕਿਉਂਕਿ ਕਈ ਕੁ ਮਹੀਨੇ ਲੱਗਣਗੇ ਅੱਗ ਦੇਣ ਤੋਂ ਬਾਅਦ, ਕੁਝ ਕੁ ਦਿਨਾਂ ਮਹੀਨਿਆਂ ਵਿੱਚ ਪੱਕ ਕੇ ਇੱਟ ਵਿਕ ਜਾਵੇਗੀ, ਕਾਰਜ ਸਿੱਧ ਹੋ ਜਾਵੇਗਾ। ਦਰਬ ਉਧਾਰੋ ਲੈ ਕਰ ਸੋਈ। ਤੇ ਇਸ ਤਰ੍ਹਾਂ ਭਾਈ ਬੁੱਧੂ ਜੀ ਨੇ ਸ਼ਾਹੂਕਾਰ ਤੋਂ ਉਧਾਰਾ ਵਿਆਜ ਤੇ ਪੈਸਾ ਬੜਾ ਖੁੱਲਾ ਲੈ ਕਰਕੇ ਦੇਤ ਮਜੂਰ ਮਜੂਰੀ ਓਈ। ਤੇ ਜਿਹੜੇ ਮਜ਼ਦੂਰ ਸਨ ਉਹਨਾਂ ਸਾਰਿਆਂ ਨੂੰ ਇੱਟਾਂ ਪਾਉਣ ਵਾਲੀ ਪਥੇਰ ਆਦਿਕ ਨੂੰ ਸਭ ਨੂੰ ਮਾਇਆ ਵੰਡ ਦਿੱਤੀ ਆ, ਦਿੰਦਾ ਰਿਹਾ। ਕੁਝ ਬਾਲਣ ਲਿਆ, ਕੁਝ ਇੱਟਾਂ ਦੀ ਢੁਆਈ ਪੈ ਗਈ। ਇਸ ਤਰ੍ਹਾਂ ਖੁੱਲੀ ਮਾਇਆ ਖਰਚ ਕੀਤੀ ਹੈ। ਨਰ ਸਹਸਰਈ ਕਾਰ ਕਮਾਵੈ। ਹਜ਼ਾਰਾਂ ਦੀ ਗਿਣਤੀ ਵਿੱਚ ਇਹਦੇ ਆਵਿਆਂ ਤੇ ਇੱਟਾਂ ਪਕਾਉਣ ਵਾਲੇ, ਇੱਟਾਂ ਪਾਉਣ ਵਾਲੇ, ਗਾਰਾ ਬਣਾਉਣ ਵਾਲੇ, ਬਾਲਣ ਢੋਣ ਵਾਲੇ ਹਜ਼ਾਰਾਂ ਮਜ਼ਦੂਰ ਕੰਮ ਕਰਦੇ, ਮਜ਼ਦੂਰੀ ਕਮਾਉਂਦੇ ਆ। ਸੰਧਿਆ ਹੋਏ ਦਿਹਾੜੀ ਪਾਵੈ। ਤੇ ਜਦੋਂ ਸੰਧਿਆ ਹੁੰਦੀ ਫਿਰ ਸਭ ਨੂੰ ਮਾਇਆ ਦਿੱਤੀ ਜਾਂਦੀ, ਨਗਦੋ ਨਗਦ ਪੈਸੇ ਵੰਡ ਦਿੰਦਾ ਹੈ। ਕਿਤਕ ਮਾਸ ਮਹਿ ਕੀਨ ਮਹਾਨਾ। ਤੇ ਇਹ ਵੱਡਾ ਕਾਰਜ ਭਾਈ ਬੁੱਧੂ ਜੀਆਂ ਨੇ ਪੂਰਾ ਕੀਤਾ। ਕਈ ਮਹੀਨੇ ਲੱਗ ਗਏ ਹਨ। ਅਗਨ ਲਾਏ ਬੇਕੂ ਮਨ ਜਾਨਾ। ਤੇ ਫਿਰ ਜਦੋਂ ਪੂਰਾ ਹੋ ਗਿਆ ਉਹ ਬੰਦ ਕਰ ਦਿੱਤੇ। ਫਿਰ ਮਨ ਵਿੱਚ ਜਾਣਿਆ ਵੀ ਹੁਣ ਇਹਨਾਂ ਨੂੰ ਅੱਗ ਦਿੱਤੀ ਜਾਵੇ। ਅੱਗ ਦੇਣ ਦਾ ਸਮਾਂ ਮਨ ਜਾਣਿਆ ਹੈ। ਬੁੱਧੂ ਕਰ ਵਿਚਾਰ ਔਰ ਨੀਕੇ। ਤੇ ਜਿਹੜਾ ਭਾਈ ਬੁੱਧੂ ਜੀ ਹੈ ਇਹ ਵਿਚਾਰ ਕਰਦਾ ਮਨ ਦੇ ਵਿੱਚ ਇਸ ਤਰ੍ਹਾਂ ਹੀ, ਪ੍ਰਥਮ ਪੂਜੀਏ ਪਦ ਗੁਰ ਜੀ ਕੇ। ਵੀ ਇਹ ਇੱਟਾਂ ਪਕਾਉਣ ਦਾ ਵੱਡਾ ਕਾਰਜ ਹੈ, ਇਸ ਕਰਕੇ ਚਾਹੀਦਾ ਵੀ ਪਹਿਲਾਂ ਕੀਤਾ ਲੋੜੀਏ ਕੰਮ ਸੋ ਹਰ ਪਹਿ ਆਖੀਐ।
ਵੀ ਕਿਉਂ ਨਾ ਆਪਾਂ ਕੰਮ ਕਰਨ ਤੋਂ ਪਹਿਲਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨ ਪੂਜੇ ਜਾਣ, ਸਤਿਗੁਰਾਂ ਦਾ ਆਸ਼ੀਰਵਾਦ ਲੈ ਲਈਏ। ਹੋਏ ਨਿਰਵਿਘਨ ਸੋ ਕਾਜ ਸਮਾਪਤੋ। ਵੀ ਮਹਾਰਾਜ ਤੋਂ ਬੇਨਤੀ ਕਰੀਏ ਵੀ ਮਹਾਰਾਜ ਦਇਆ ਕਰੋ ਵੀ ਨਿਰਵਿਘਨਤਾ ਸਹਿਤ ਬਿਨਾਂ ਵਿਘਨ ਪਏ ਤੋਂ ਮੇਰਾ ਇੱਟਾਂ ਪਕਾਉਣ ਦਾ ਜਿਹੜਾ ਕੰਮ ਉਹ ਸਫਲਾ ਹੋ ਜਾਵੇ। ਇਹੋ ਮਹਿਮਾ ਸਤ ਸੰਗਤ ਪਾਖਤ। ਤੇ ਇਹੀ ਮਹਿਮਾ ਸਤ ਸੰਗਤ ਆਖਦੀ, ਭਾਵ ਸਾਰੀ ਸੰਗਤ ਸੱਚੀ ਸੰਗਤ ਦੀ ਇਹੀ ਸਭ ਮਹਿਮਾ ਕਰਦੇ ਆ ਵੀ ਕੋਈ ਕੰਮ ਕਰੀਏ ਤੇ ਉਸ ਵਾਸਤੇ ਗੁਰੂ ਦਾ ਆਸਰਾ ਓਟ ਜ਼ਰੂਰ ਲੈਣੀ ਚਾਹੀਦੀ ਹੈ। ਏਮ ਮਨ ਠਾਨ ਕੀਨ ਪ੍ਰਸਥਾਨਾ। ਇਸ ਤਰ੍ਹਾਂ ਮਨ ਦੇ ਵਿੱਚ ਭਾਈ ਬੁੱਧੂ ਜੀਆਂ ਜਾਣਿਆ ਵੀ ਮਹਾਰਾਜ ਦੇ ਚਰਨ ਪਰਸੀਏ ਤੇ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸਣ ਵਾਸਤੇ ਲਾਹੌਰੋਂ ਤੁਰਿਆ ਹੈ। ਰਾਮਦਾਸਪੁਰ ਦੇਸ਼ ਗੁਰ ਜਾਨਾ। ਰਮਦਾਸਪੁਰੇ ਭਾਵ ਅੰਮ੍ਰਿਤਸਰ ਸਾਹਿਬ ਨਗਰ ਨੂੰ ਤੁਰਿਆ ਹੈ। ਮਗ ਮਹਿ ਨਿਸ ਬਸ ਪਹੁੰਚਿਓ ਆਏ। ਤੇ ਇੱਕ ਰਾਤ ਰਾਹ ਵਿੱਚ ਲੱਗੀ ਅੰਮ੍ਰਿਤਸਰ ਨੂੰ ਆਉਂਦਿਆਂ ਅਗਲੇ ਦਿਨ ਸੱਚੇ ਪਾਤਸ਼ਾਹ ਦੇ ਪਾਵਨ ਨਗਰ ਵਿੱਚ ਪਹੁੰਚਿਆ ਹੈ। ਨੀਰਕੂਪ ਸੋ ਪ੍ਰਥਮ ਨਹਾਏ। ਉਥੇ ਖੂਹ ਦੇ ਜਲ ਦੇ ਨਾਲ ਪਹਿਲਾਂ ਇਸ਼ਨਾਨ ਕੀਤਾ। ਹੁਣ ਇਹ ਵੀ ਸਿੱਧ ਹੁੰਦਾ ਵੀ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦੇ ਲਾਗੇ ਸਾਧ ਸੰਗਤ ਦੀ ਪਹਿਲਾਂ ਖੂਹ ਲੱਗੇ ਹੁੰਦੇ ਸੀ। ਜਿਵੇਂ ਹੁਣ ਆ ਟੂਟੀਆਂ ਲੱਗੀਆਂ ਨਾ ਚਫੇਰੇ ਪਰਕਰਮਾਂ 'ਚ, ਪਹਿਲਾਂ ਜਿਹੜੇ ਪਾਸੇ ਨਗਰ ਵਿੱਚ ਖੂਹ ਹੁੰਦੇ ਸੀ, ਸਿਆਣੇ ਸਿੱਖ ਜਾ ਕੇ ਪਹਿਲਾਂ ਉਹਨਾਂ ਖੂਹਾਂ 'ਤੇ ਇਸ਼ਨਾਨ ਕਰਦੇ, ਸਰੋਵਰ ਦੀ ਪਵਿੱਤਰਤਾ ਨੂੰ ਮੁੱਖ ਰੱਖਦੇ, ਫਿਰ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੇ। ਹੁਣ ਵੀ ਜਿਹੜੇ ਕੋਈ ਸੂਝਵਾਨ ਆ ਸ਼ਰਧਾ ਰੱਖਣ ਵਾਲੇ, ਉਹ ਪਹਿਲਾਂ ਟੂਟੀਆਂ 'ਤੇ ਬਾਹਰ ਇਸ਼ਨਾਨ ਕਰ ਲੈਂਦੇ ਆ, ਫਿਰ ਮਹਾਰਾਜ ਦੇ ਪਾਵਨ ਪਵਿੱਤਰ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੇ ਆ। ਜਿਹੜੇ ਕੋਈ ਨਹੀਂ ਐਸਾ ਕਰਨ ਕਰਾਉਣ ਵਾਲੇ, ਉਹ ਫਿਰ ਉਵੇਂ ਹੀ ਜਿਹੜੇ ਵਾ ਉਹ ਤੁਸ ਦੇ ਕੇ ਵੜ ਜਾਂਦੇ ਸਰੋਵਰ ਦੇ ਵਿੱਚ। ਉਸੇ ਤਰ੍ਹਾਂ ਹੀ ਚਾਹੇ ਉਹ ਸਰੀਰ ਦੀ ਮਲ ਮੂਤ ਦੀ ਕਿਰਿਆ ਕੀਤੀ ਹੁੰਦੀ ਹੈ ਬਿਨਾਂ ਇਸ਼ਨਾਨ ਤੋਂ, ਕਿਉਂਕਿ ਜਿਹੜੇ ਸਿੱਖ ਸ਼ਰਧਾ ਵਾਲੇ ਉਹ ਮਹਾਰਾਜ ਦੇ ਪਾਵਨ ਪਵਿੱਤਰ ਸਥਾਨਾਂ ਦੀ ਪਵਿੱਤਰਤਾ ਕਾਇਮ ਰੱਖਦੇ ਆ। ਅਤੇ ਜਿਨ੍ਹਾਂ 'ਚ ਕੋਈ ਸ਼ਰਧਾ ਨਹੀਂ ਹੁੰਦੀ ਫਿਰ ਉਹ ਜਿਹੋ ਜਿਹੇ ਗਏ ਜਿਹੋ ਜਿਹੇ ਨਾ ਗਏ। ਜਿੰਨਾ ਕੁ ਮਿੱਠਾ ਪਾਇਆ, ਕਹਿੰਦੇ ਨਾ ਜਿੰਨਾ ਗੁੜ ਪਾਇਆ ਓਨਾ ਮਿੱਠਾ, ਜਿਹੋ ਜਿਹੀ ਸ਼ਰਧਾ ਫਿਰ ਜੈਸਾ ਸੇਵੈ ਤੈਸੋ ਹੋਵੈ। ਭਾਈ ਬੁੱਧੂ ਜੀ ਸਿਆਣੇ ਐ, ਜਾ ਕੇ ਪਹਿਲਾਂ ਖੂਹ ਦੇ ਜਲ ਦੇ ਨਾਲ ਇਸ਼ਨਾਨ ਕੀਤਾ ਹੈ। ਅੰਮ੍ਰਿਤਸਰ ਮਹਿ ਕੀਨ ਇਸ਼ਨਾਨਾ। ਤੇ ਫਿਰ ਪਾਵਨ ਪਵਿੱਤਰ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ। ਭਾਵ ਬੇਰ ਸਾਹਿਬ ਲਾਗੇ ਜਿੰਨਾ ਕੁ ਥੋੜ੍ਹਾ ਜਲ ਖੜਿਆ ਸੀ ਨਾ, ਉੱਥੇ ਇਸ਼ਨਾਨ ਕਰਨਾ ਕੀਤਾ ਹੈ। ਜਪੁ ਜੀ ਪਾਠ ਸੋ ਪ੍ਰੇਮ ਬਖਾਨਾ। ਤੇ ਫਿਰ ਬੜੇ ਪ੍ਰੇਮ ਦੇ ਨਾਲ ਇੱਕ ਜਪਜੀ ਸਾਹਿਬ ਦਾ ਪਾਵਨ ਜਾਪ ਪਾਠ ਕੀਤਾ ਹੈ। ਨਿਜ ਮੰਦਿਰ ਮਹਿ ਸਤ ਗੁਰ ਬੈਸੇ। ਤੇ ਗੁਰੂ ਗਰੀਬ ਨਵਾਜ ਗੁਰੂ ਕੇ ਮਹਿਲ ਵਾਲੇ ਸਥਾਨ ਤੇ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਸਨ। ਸਦਨ ਬਿਕੁੰਠ ਬਿਸ਼ਨ ਪ੍ਰਭ ਜੈਸੇ। ਜਿਵੇਂ ਬੈਕੁੰਠ ਵਿੱਚ ਵਿਸ਼ਨ ਪ੍ਰਭੂ ਪਰਮੇਸ਼ਰ ਬੈਠੇ, ਮਾਇਆ ਦੇ ਪਤੀ ਬੈਠੇ ਹੁੰਦੇ ਆ। ਗਾਏ ਰਬਾਬੀ ਰਾਗਨ ਚਾਰੂ। ਤੇ ਸੁੰਦਰ ਰਾਗਾਂ ਦੇ ਵਿੱਚ ਰਾਗੀ ਜਿਹੜੇ ਆ ਮਹਾਰਾਜ ਦੇ ਹਜ਼ੂਰ ਕੀਰਤਨ ਕਰ ਰਹੇ ਹਨ। ਜਿਨ ਸੁਨਬੇ ਫਲ ਪਾਏ ਉਦਾਰੂ। ਜੇ ਇਸ ਕੀਰਤਨ ਨੂੰ ਸੁਣ ਲਈਏ ਤੇ ਬੜਾ ਵੱਡਾ ਫਲ ਪ੍ਰਾਪਤ ਹੁੰਦਾ ਹੈ। ਧਨ ਕੋ ਢੇਰ ਅਗਾਰੀ ਪਰਿਓ। ਤੇ ਗਰੀਬ ਨਵਾਜ ਦੇ ਅੱਗੇ ਮਾਇਆ ਦਾ ਬਹੁਤ ਵੱਡਾ ਢੇਰ ਲੱਗਿਆ ਹੋਇਆ ਹੈ। ਹੋਤ ਪ੍ਰਾਤ ਤੇ ਜੇ ਤਿਕ ਚਰਿਓ। ਤੇ ਜਿੰਨਾ ਅੰਮ੍ਰਿਤ ਵੇਲੇ ਤੋਂ ਚੜਾਵਾ ਮਾਇਆ ਦਰਸ਼ਨਾਂ ਦੀ ਚੜ ਰਹੀ ਸਾਰੀ ਉਸੇ ਤਰ੍ਹਾਂ ਪਈ ਹੋਈ ਹੈ। ਦਾਸ ਚਮਰ ਲੈ ਸੀਸ ਟੁਰਾਵੈ। ਹਜ਼ੂਰ ਦੇ ਸੱਜੇ ਹੱਥ ਖੜਾ ਹੋਇਆ ਮਹਾਰਾਜ ਦਾ ਸਿੱਖ ਗਰੀਬ ਨਵਾਜ ਦੇ ਸੀਸ ਤੇ ਪਵਿੱਤਰ ਚੌਰ ਸਾਹਿਬ ਕਰ ਰਿਹਾ ਹੈ। ਆਸਣ ਪਰ ਥਿਤ ਗੁਰ ਦੁਤ ਪਾਵੈ। ਤੇ ਪਾਵਨ ਪਵਿੱਤਰ ਸਿੰਘਾਸਣ ਦੇ ਉੱਪਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਜੇ ਹੋਏ ਹੈ। ਸਤਿਗੁਰੂ ਬੜੀ ਸੋਭਾ ਪਾ ਰਹੇ ਹਨ। ਸਿੱਖ ਸੰਗਤ ਚਾਰਾਂ ਦਿਸ਼ ਦਰਸੈ। ਚਾਰੇ ਪਾਸੇ ਸਤਿਗੁਰਾਂ ਦੀ ਪਾਵਨ ਪਵਿੱਤਰ ਸੰਗਤ ਮਹਾਰਾਜ ਦੇ ਦਰਸ਼ਨ ਕਰਦੀ ਹੈ। ਮਨ ਗਨ ਮਨਹ ਸੰਭ ਵਿੱਚ ਪਰਸੈ। ਤੇ ਗਰੀਬ ਨਵਾਜ ਵਿਚਕਾਰ ਐ ਫੱਬ ਰਹੇ ਹੈ। ਜਿਵੇਂ ਮੁਨੀਸ਼ਵਰਾਂ ਜੋਗੀਆਂ ਸਿੱਧਾਂ ਤੇ ਮਹਾਨ ਮੁਨੀ ਜਨਾਂ ਦੀ ਸਭਾ ਦੇ ਵਿੱਚ ਸ਼ੰਭ ਕਹੀਏ ਵਿਸ਼ਨ ਭਗਵਾਨ ਬੈਠੇ ਹੁੰਦੇ। ਵਾਹਿਗੁਰੂ
ਜਿਹੜੇ ਸ਼ਿਵ ਭਗਵਾਨ ਬੈਠੇ ਹੁੰਦੇ ਆ। ਬੁੱਧੂ ਜਾਏ ਉਪਾਏ ਨ ਤਰੀ। ਭਾਈ ਬੁੱਧੂ ਜੀ ਨੇ ਮਹਾਰਾਜ ਦੇ ਦਰਸ਼ਨ ਕਰਨ ਤੋਂ ਪਹਿਲਾਂ ਸਤਿਗੁਰਾਂ ਦੇ ਅੱਗੇ ਦਰਸ਼ਨਾਂ ਦੀ ਭੇਟਾ ਧਰ ਦਿੱਤੀ ਹੈ। ਤਬ ਅਰਦਾਸ ਮੇਵਰੇ ਕਰੀ। ਤੇ ਮਹਾਰਾਜ ਦੇ ਚਰਨੀ ਮੱਥਾ ਟੇਕਿਆ ਤੇ ਫਿਰ ਅਰਦਾਸੀਏ ਨੂੰ ਬੇਨਤੀ ਕੀਤੀ ਵੀ ਮੈਂ ਕਿਸ ਕਾਰਜ ਆਇਆ। ਮੇਵੜੇ ਅਰਦਾਸੀਏ ਸਿੱਖ ਨੇ ਭਾਈ ਜਿਹੜਾ ਬੁੱਧੂ ਜੀ ਦੇ ਵੱਲੋਂ ਅਰਦਾਸ ਸਤਿਗੁਰਾਂ ਅੱਗੇ ਕੀਤੀ ਹੈ। ਸ਼੍ਰੀ ਗੁਰੂ ਜੀ ਇਹੋ ਸਿੱਖ ਤੁਮਾਰਾ। ਹੱਥ ਜੋੜ ਕੇ ਉਹ ਮੇਵੜਾ ਸਿੱਖ ਅਰਦਾਸੀਆ ਕਹਿੰਦਾ, ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਸਤਿਗੁਰੂ ਜੀ ਆ ਵੇਖੋ ਤੁਹਾਡਾ ਸਿੱਖ ਮਹਾਰਾਜ ਤੁਹਾਡੇ ਪਾਸ ਆਇਆ ਹੈ। ਜਾਚਤ ਰਾਵਰ ਸਿਦਕ ਉਦਾਰਾ। ਤੇ ਮਹਾਰਾਜ ਆਪ ਜੀ ਕਾ ਸਿਦਕ ਚਾਹੁੰਦਾ, ਸ੍ਰੇਸ਼ਟ ਸਿਦਕ ਦੀ ਦਾਤ ਮੰਗਦਾ ਹੈ। ਬਹੁ ਧਨ ਸੰਗ ਪਜਾਵਾ ਲਾਏਵੋ। ਮਹਾਰਾਜ ਇਹ ਭਾਈ ਬੁੱਧੂ ਦੀ ਬੇਨਤੀ ਇਹ ਹੈ ਅਰਦਾਸ ਵੀ ਸੱਚੇ ਪਾਤਸ਼ਾਹ ਜੀ ਨੇ ਬੜੀ ਮਾਇਆ ਕਰਜ਼ਾ ਚੁੱਕ ਚੁੱਕ ਕੇ ਤੇ ਆਵੇ ਲਾਏ ਹਨ ਇੱਟਾਂ ਵਾਸਤੇ। ਤਿਹ ਸਿੱਧ ਹੋ ਤੋ ਅਬੈ ਚਲ ਆਏਵੋ। ਤੇ ਇਸ ਕਰਕੇ ਆਇਆ ਵੀ ਮਹਾਰਾਜ ਉਹਦਾ ਕਾਰਜ ਸਿੱਧ ਹੋ ਜਾਵੇ, ਵੀ ਜਿਹੜੀਆਂ ਇੱਟਾਂ ਲਾਈਆਂ ਪਜਾਵੇ ਵਿੱਚ ਇੱਟਾਂ ਪਾਈਆਂ ਕੱਚੀਆਂ, ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ ਵੀ ਇਹਦਾ ਕਾਰਜ ਸਿੱਖ ਦਾ ਸਿੱਧ ਹੋ ਜਾਵੇ। ਸਾਰੀਆਂ ਇੱਟਾਂ ਸੁਖ ਸ਼ਾਂਤੀ ਨਾਲ ਸੋਹਣੀ ਕਿਰਿਆ ਹੋਵੇ, ਪੱਕੀਆਂ ਨਿਕਲ ਆਉਣ। ਇਹ ਭਾਈ ਬੁੱਧੂ ਅਰਦਾਸ ਕਰਵਾਉਂਦਾ ਹੈ। ਬਾਕਹਿ ਕੋ ਬਾਕ ਤੁਮਾਰਾ। ਤੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗਰੀਬ ਨਿਵਾਜ ਇਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਸਿੱਖ ਕਰਦਾ, ਮਹਾਰਾਜ ਚੰਗੀਆਂ ਪੱਕ ਜਾਣ, ਇਹ ਤੁਹਾਡਾ ਬਚਨ ਲੈਣ ਵਾਸਤੇ ਆਇਆ ਹੈ। ਕਹਿਤ ਕਹਾਇਓ ਹਵੈ ਨਾ ਬਿਗਾਰਾ। ਤੇ ਇਹ ਕਹਿੰਦਾ ਮਹਾਰਾਜ ਵੀ ਕਿਰਪਾ ਕਰਿਆ ਜੇ ਵੀ ਕੋਈ ਵਿਗਾੜ ਨਾ ਪਵੇ, ਕੋਈ ਪਿੱਲੀਆਂ ਰਹਿ ਜਾਣੀਆਂ ਉਹ ਖਰਾਬ ਹੋ ਜਾਣੀ ਅੱਗ ਵੱਧ ਘਟ ਕਾਰਨ, ਵੀ ਮਹਾਰਾਜ ਮੈਂ ਸਾਰੀ ਪੂੰਜੀ ਉਹਨਾਂ ਪਜਾਵਿਆਂ ਤੇ ਲਾ ਦਿੱਤੀ, ਮੇਰੇ ਕੋਲ ਹੁਣ ਕੁਝ ਨਹੀਂ ਹੈ। ਤੇ ਸਾਰਾ ਘਰ-ਬਾਰ ਮਹਾਰਾਜ ਮੈਂ ਦਾਅ ਤੇ ਲਾਇਆ ਹੋਇਆ, ਸਭ ਜਾਇਦਾਦ ਲੱਗ ਗਈ ਮੇਰੀ ਦਾਅ ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਸੁਖ ਸ਼ਾਂਤੀ ਦੇ ਨਾਲ ਸਾਰੀਆਂ ਇੱਟਾਂ ਪੱਕ ਜਾਵਣ, ਵਿਗਾੜ ਨਾ ਹੋਵੇ ਕੋਈ। ਕਰੁਣਾ ਭਰੇ ਰਸੀਲੇ ਨੈਣ। ਇਸ ਤਰ੍ਹਾਂ ਅਰਦਾਸ ਸੁਣ ਕੇ ਮਿਹਰ ਭਰੇ ਰਸੀਲੇ ਸਤਿਗੁਰਾਂ ਦੇ ਕਿਰਪਾ ਭਰੇ ਨੇਤਰ ਜਦੋਂ ਖੁੱਲੇ ਐ। ਸੁਣ ਇਸ ਕੋ ਪਿਖ ਕਰ ਕਹਿ ਪੈਨ। ਤੇ ਮਹਾਰਾਜ ਫਿਰ ਭਾਈ ਬੁੱਧੂ ਜੀ ਵੱਲ ਵੇਖ ਕੇ ਸੱਚੇ ਪਾਤਸ਼ਾਹ ਜੀ ਬੋਲੇ ਐ, ਕਾਰਜ ਤੋਰ ਸਿੱਧ ਹੋਏ ਜਾਏ। ਮਹਾਰਾਜ ਕਹਿੰਦੇ ਭਾਈ ਬੁੱਧੂ ਜ਼ਰੂਰ ਭਾਈ ਤੇਰਾ ਕਾਰਜ ਜਿਹੜਾ ਸਿੱਧ ਹੋਵੇਗਾ, ਕੋਈ ਨੁਕਸਾਨ ਨਹੀਂ ਹੋਵੇਗਾ। ਇੱਟਾਂ ਜਾਂ ਜੋ ਵੀ ਤੇਰੇ ਮਨ ਵਿੱਚ ਇੱਛਾ ਹੈ ਭਾਈ ਉਹ ਪੂਰੀ ਹੋ ਜਾਵੇਗੀ। ਸੇਵਾ ਸਿੱਖਨ ਕੋ ਮਨ ਲਾਏ। ਇਸ ਕਰਕੇ ਕੀ ਕਰਨਾ ਹੈ ਵੀ ਸਿੱਖਾਂ ਦੀ ਸੇਵਾ ਕਰਿਆ ਕਰ, ਮਨ ਲਾ ਕੇ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣਾ, ਹੱਥ ਪੈਰ ਧਵਾਉਣੇ, ਹੋਰ ਕਿਸੇ ਤਰ੍ਹਾਂ ਦੀ ਸੇਵਾ ਸਿੱਖਾਂ ਦੀ ਕਰਿਆ ਕਰ। ਪਾਕ ਈਂਟ ਕਾਹੂ ਬਹਿਨੀ ਕੇ। ਇਸ ਕਰਕੇ ਸਿੱਖਾਂ ਦੀ ਸੇਵਾ ਦਾ ਫਲ ਤੈਨੂੰ ਮਿਲੇਗਾ। ਸਾਰੀਆਂ ਇੱਟਾਂ ਤੇਰੀਆਂ ਭਾਈ ਸੁੰਦਰ ਪੱਕਿਆ ਕਰਨਗੀਆਂ। ਕਰਹ ਮਨੋਰਥ ਪੂਰਨ ਜੀ ਕੇ। ਤੇ ਮਾਇਆ ਖੁੱਲੀ ਆਵੇਗੀ ਤੇ ਮਨ ਦੇ ਸਾਰੇ ਮਨੋਰਥ ਇੱਛਾ ਤੂੰ ਪੂਰੀਆਂ ਕਰ ਲਵੀਂ। ਇਮ ਸੁਨ ਕੈ ਤਬ ਬੰਧਨ ਠਾਨੀ। ਸੁਣ ਕੇ ਭਾਈ ਬੁੱਧੂ ਜੀ ਨੇ ਹਜ਼ੂਰ ਦੇ ਚਰਨੀ ਬੰਦਨਾ ਕੀਤੀ ਹੈ। ਪੁਨ ਆਇਆ ਲਵਪੁਰੀ ਮਹਾਨੀ। ਤੇ ਇਥੋਂ ਚੱਲ ਕੇ ਆਪਣੇ ਨਗਰ ਲਾਹੌਰ ਮੁੜਿਆ ਹੈ। ਗੁਰੂ ਵਾਕ ਪਰ ਕਰ ਵਿਸ਼ਵਾਸ। ਭਾਈ ਬੁੱਧੂ ਜੀ ਨੇ ਧੰਨ ਗੁਰੂ ਅਰਜਨ ਦੇਵ ਜੀ ਸਤਿਗੁਰਾਂ ਦੇ ਪਵਿੱਤਰ ਵਾਕ ਤੇ ਸ਼ਬਦ ਤੇ ਮਹਾਰਾਜ ਦੇ ਉਪਦੇਸ਼ ਤੇ ਜਾਂ ਮਹਾਰਾਜ ਦੇ ਬਚਨਾਂ ਤੇ ਭਰੋਸਾ ਕੀਤਾ ਹੈ। ਦਈ ਪਜਾਵੈ ਅਗਨ ਪ੍ਰਕਾਸ਼। ਤੇ ਅਰਦਾਸ ਕਰਕੇ ਪਜਾਵੇ ਨੂੰ ਅੱਗ ਦੇ ਦਿੱਤੀ ਹੈ, ਇੱਟਾਂ ਨੂੰ ਗੂਣੇ ਨੂੰ ਅੱਗ ਪਾ ਦਿੱਤੀ ਹੈ। ਕਿਤ ਕੋ ਦਇਓ ਸਮਹਿ ਮੂਹਰੀ ਖੋਲੀ। ਤੇ ਕੁਝ ਕੁ ਦਿਨਾਂ ਬਾਅਦ ਜਿਵੇਂ ਫਿਰ ਉਹਦੀ ਮੂਰੀ ਖੋਲਦੇ ਆ ਤੇ ਇਹ ਜਦੋਂ ਅੱਗ ਕੁਝ ਠੰਡੀ ਪਈ ਹੈ ਚੱਲ ਗਈ ਅੱਗੇ ਤੇ ਪਜਾਵੇ ਦੀ ਮੋਹਰੀਆਂ ਖੋਲ ਖੋਲ ਕੇ ਭਾਈ ਬੁੱਧੂ ਵੇਖਦਾ ਹੈ। ਪਾਕੀ ਈਂਟ ਪਈ ਬਹੁਮੂਲੀ। ਕੀ ਵੇਖਿਆ ਵੀ ਬਹੁਤ ਇੱਟਾਂ ਸੁੰਦਰ ਪੱਕੀਆਂ ਬੇਸ਼ਕੀਮਤੀ, ਜਿਨ੍ਹਾਂ ਦਾ ਬੜਾ ਭਾਅ ਹੋਵੇਗਾ। ਸਾਰੀਆਂ ਇੱਟਾਂ ਬਹੁਤ ਸੋਹਣੀਆਂ ਪੱਕੀਆਂ, ਕੱਲੇ ਕੱਲੇ ਪਜਾਵੇ ਦੀ ਮੂਹਰੀ ਖੋਲ ਖੋਲ ਵੇਖਦਾ ਹੈ। ਸਿੱਖਿਅਨ ਕੋ ਆਹਾਰ ਅਚਬਾਵਾ। ਤੇ ਬੜਾ ਖੁਸ਼ ਹੋਇਆ ਵੀ ਚਲੋ ਮਹਾਰਾਜ ਦੇ ਬਚਨ ਪੂਰੇ ਹੋਏ, ਮੇਰਾ ਕਾਰਜ ਸਿੱਧ ਹੋ ਗਿਆ, ਇੱਟਾਂ ਸੁੰਦਰ ਪੱਕ ਗਈਆਂ। ਚਲੋ ਹੁਣ ਸਿੱਖਾਂ ਦੇ ਚਰਨ ਪੂਜੀਏ। ਮਹਾਰਾਜ ਨੇ ਹੁਕਮ ਕੀਤਾ ਸੀ ਵੀ ਸਿੱਖਾਂ ਦੀ ਸੇਵਾ ਕਰਿਆ ਕਰ।
ਸਿੱਖਾਂ ਦੀ ਸੇਵਾ ਕਰਨ ਦੀ ਇੱਛਾ ਆਈ ਹੈ। ਸਦਨ ਆਨ ਆਛੇ ਤ੍ਰਿਪਤਾਵਾ। ਤੇ ਮੈਂ ਸਿੱਖਾਂ ਨੂੰ ਆਪਣੇ ਘਰ ਵਿੱਚ ਸੱਦਾ ਭੇਜ ਕੇ ਸਿੱਖ ਬੁਲਾ ਕੇ ਤੇ ਪ੍ਰਸ਼ਾਦਾ ਪਾਣੀ ਸੋਹਣਾ ਸੇਵਾ ਕਰਕੇ ਤੇ ਸਿੱਖਾਂ ਦੀਆਂ ਖੁਸ਼ੀਆਂ ਲਵਾਂ। ਪਰ ਤ੍ਰਿਪਤਾਵਾਂ ਰਜਾਵਾਂ ਉਹਨਾਂ ਨੂੰ ਪ੍ਰਸ਼ਾਦੇ ਸੋਹਣੇ ਪਕਵਾਨਾਂ ਦੇ ਨਾਲ। ਪੁਨ ਵੇਚਾਂ ਸਭ ਈਟ ਪਜਾਵਾ। ਤੇ ਪਹਿਲਾਂ ਸਿੱਖਾਂ ਦੇ ਪ੍ਰਸ਼ਾਦਾ ਛਕਾ ਕੇ ਉਹਨਾਂ ਤੋਂ ਅਰਦਾਸ ਕਰਵਾ ਕੇ ਤੇ ਫੇਰ ਮੈਂ ਇੱਟਾਂ ਜਿਹੜੀਆਂ ਉਹ ਵੇਚਣ ਦਾ ਕੰਮ ਸ਼ੁਰੂ ਕਰਾਂਗਾ। ਧਨ ਦੈਨੋ ਜਿਸ ਤੇ ਨਿਤ ਲਿਆਵਾ। ਤੇ ਜਿਹੜਾ ਧਨ ਆ ਮੈਂ ਵੇਚ ਇੱਟਾਂ ਤੇ ਨਿਤਾ ਪ੍ਰਤੀ ਘਰ ਲੈ ਆਵਾਂਗਾ। ਸਦਨ ਜਾਏ ਕਹਿ ਕੀਨ ਸਤਿਆਰੀ। ਇਸ ਤਰ੍ਹਾਂ ਘਰੇ ਮੁੜਿਆ ਆਵਿਆਂ ਤੋਂ ਵੇਖ ਕੇ ਵੀ ਇੱਟਾਂ ਪੱਕ ਗਈਆਂ ਸੋਹਣੀਆਂ ਤੇ ਘਰੇ ਆ ਕੇ ਸਿੱਖਾਂ ਦਾ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਤਿਆਰੀ ਕੀਤੀ ਹੈ। ਭੋਜਨ ਸਵਾਦਲ ਅਨੇਕ ਪ੍ਰਕਾਰੀ। ਅਨੇਕਾਂ ਤਰ੍ਹਾਂ ਦਾ ਸਵਾਦ ਭੋਜਨ ਸੰਗਤ ਵਾਸਤੇ ਤਿਆਰ ਕੀਤਾ ਵੈ। ਸਿੱਖ ਸੰਗਤ ਬਹੁਤੇ ਬੁਲਵਾਏ। ਸਦੇ ਭੇਜ ਕੇ ਬਹੁਤ ਸਤ ਸੰਗਤ ਬੁਲਵਾ ਲਈ ਹੈ। ਪਾਂਤਿਹ ਪਾਤ ਪਾਤ ਬਨਵਾਏ। ਤੇ ਕਿੰਨੀਆਂ ਹੀ ਪੱਤ ਹੈ ਪਾਂਤ, ਕਿੰਨੀਆਂ ਪਾਂਤਾਂ ਬਣਵਾ ਕੇ ਪੰਗਤਾਂ, ਬਹੁਤ ਸੰਗਤ ਦਾ ਇਕੱਠ ਹੋਇਆ। ਘਰ ਵਿੱਚ ਖੁੱਲ੍ਹਾ ਅੰਨ ਪ੍ਰਸ਼ਾਦਾ ਤਿਆਰ ਕੀਤਾ, ਲੰਗਰ, ਬੜੀਆਂ ਪੰਗਤਾਂ ਬਣੀਆਂ। ਸਿੱਖ ਬਿਠਾ ਦਿੱਤੇ ਸਤਿਕਾਰ ਨਾਲ। ਪ੍ਰਥਮ ਕੀਰਤਨ ਕੋ ਕਰਵਾਇਆ। ਤੇ ਪਹਿਲਾਂ ਆਪਣੇ ਘਰ ਵਿੱਚ ਸਤਿਗੁਰਾਂ ਦਾ ਪਵਿੱਤਰ ਕੀਰਤਨ, ਸ਼ਬਦ ਕੀਰਤਨ ਕਰਵਾਇਆ ਹੈ। ਗਾਏ ਰਬਾਬੀ ਸ਼ਬਦ ਸੁਨਾਇਆ। ਤੇ ਸੋਹਣੇ ਸ਼ਬਦ ਰਬਾਬੀ ਗਾ ਕੇ ਸੁਣਾ ਰਹੇ ਹੈ। ਕਰ ਅਰਦਾਸ ਬਰਤਾਏ ਆਹਾਰਾ। ਫਿਰ ਕੀਰਤਨ ਦੀ ਅਰਦਾਸ ਕਰਨ ਉਪਰੰਤ ਪੰਗਤਾਂ ਬਣੀਆਂ ਤੇ ਪ੍ਰਸ਼ਾਦਾ ਵਰਤਾਇਆ ਹੈ। ਅਚਵਨ ਕੀਨ ਅਨੇਕ ਪ੍ਰਕਾਰਾ। ਅਨੇਕਾਂ ਪ੍ਰਕਾਰ ਦਾ ਬਣਿਆ ਪ੍ਰਸ਼ਾਦਾ ਪਰੋਸਿਆ ਥਾਲਾਂ ਵਿੱਚ। ਸਿੱਖਾਂ ਨੇ ਰੱਜ ਕੇ ਛਕਣਾ ਕੀਤਾ ਹੈ। ਤ੍ਰਿਪਤ ਭਈ ਸਭ ਸੰਗਤ ਆਛੈ। ਜਿੰਨੀ ਸੰਗਤ ਘਰ ਵਿੱਚ ਆਈ ਬੜੀ ਡਾਢੀ ਰੱਜੀ ਹੈ। ਏਕ ਸਿੱਖ ਚੱਲ ਆਇਆ ਪਾਛੈ। ਤੇ ਸੰਗਤਾਂ ਨੇ ਹੁਣ ਪ੍ਰਸ਼ਾਦਾ ਛਕ ਲਿਆ ਸੀ ਸਾਰੀਆਂ ਨੇ। ਤੇ ਇੱਕ ਸਿੱਖ ਜਿਹੜਾ ਭਾਈ ਲੱਖੂ ਨਾਮ ਦਾ, ਉਹ ਕਿਤੇ ਦੇਰ ਹੋ ਗਈ ਆਉਂਦੇ ਨੂੰ। ਸੱਦਾ ਤਾਂ ਗਿਆ ਹੋਣਾ ਤੇ ਦੇਰ ਹੋ ਗਈ ਆਉਂਦੇ ਨੂੰ। ਸੰਗਤਾਂ ਦੇ ਛਕਣ ਤੋਂ ਬਾਅਦ ਭਾਈ ਲੱਖੂ ਜੀ ਸਿੱਖ ਨਾਵੇਂ ਪਹੁੰਚਿਆ ਹੈ। ਕਰੀ ਜਾਚਨਾ ਦੇਹੋ ਆਹਾਰੇ। ਤੇ ਉਹ ਘਰੇ ਤਾਂ ਨਾ ਆਇਆ। ਉਹ ਭਾਈ ਲੱਖੂ ਜੀ ਵੀ ਸੁਭਾਅ ਦੇ ਇਹੋ ਜਿਹੇ ਸੀਗੇ। ਤੇ ਬਾਹਰ ਖੜਾ ਹੀ ਦਰਵਾਜ਼ੇ ਤੇ ਕਹਿੰਦਾ ਵੀ ਮੈਨੂੰ ਵੀ ਪ੍ਰਸ਼ਾਦਾ ਛਕਾਉਣਾ ਕਰ, ਭੁੱਖ ਲੱਗੀ ਹੈ। ਗੁਰ ਹਿਤ ਤੈਂ ਕੀਨਸ ਤੈਂ ਤਿਆਰੇ। ਵੀ ਮੈਂ ਸੁਣਿਆ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਵਾਸਤੇ ਤੂੰ ਪ੍ਰਸ਼ਾਦਾ, ਸਿੱਖਾਂ ਵਾਸਤੇ, ਸਤਿਗੁਰਾਂ ਦੇ ਵਾਸਤੇ, ਗੁਰੂ ਘਰ ਵਾਸਤੇ, ਸੰਗਤ ਵਾਸਤੇ ਤੂੰ ਪ੍ਰਸ਼ਾਦਾ ਤਿਆਰ ਕੀਤਾ ਹੈ। ਤੇ ਮੈਨੂੰ ਭੁੱਖ ਲੱਗੀ ਹੈ ਪਈ, ਲਿਆ ਮੇਰਾ ਵੀ ਹਿੱਸਾ ਦੇ, ਮੈਨੂੰ ਵੀ ਛਕਾਉਣਾ ਕਰ। ਕਹਿਤ ਭਇਓ ਅਬ ਵਰਤਿਓ ਸਾਰੋ। ਤੇ ਭਾਈ ਬੁੱਧੂ ਕਹਿੰਦਾ ਭਾਈ ਹੁਣ ਕੀ ਲੈਣ ਆਇਆ, ਹੁਣ ਤਾਂ ਸਾਰਾ ਵਰਤ ਗਿਆ, ਦੇਰੀ ਹੋ ਗਈ ਤੈਨੂੰ। ਪੂਰਬ ਆਵਤ ਕਰਤ ਆਹਾਰੋ। ਵੀ ਜੇ ਪ੍ਰਸ਼ਾਦਾ ਛਕਣਾ ਸੋ ਤੇ ਫਿਰ ਪਹਿਲਾਂ ਆਉਣੋਂ ਕੁਝ ਸਮਾਂ। ਹੁਣ ਤਾਂ ਪੰਗਤਾਂ ਉੱਠਣ ਵਾਲੀਆਂ, ਸਭ ਨੇ ਪ੍ਰਸ਼ਾਦਾ ਛਕ ਲਿਆ ਹੈ। ਸਭ ਸੰਗਤ ਨੇ ਹੱਥ ਪਖਾਰੇ। ਤੇ ਆਹ ਵੇਖ ਸਾਰੀ ਸੰਗਤ ਹੱਥ ਧੋਈ ਜਾਂਦੀ ਹੈ। ਵੀ ਹੁਣ ਪ੍ਰਸ਼ਾਦਾ ਕੀ, ਹੁਣ ਤਾਂ ਸਾਰਿਆਂ ਨੇ ਹੱਥ ਵੀ ਸਾਫ਼ ਕਰ ਲਏ, ਧੋ ਲਏ ਨੇ। ਖਰ ਹੋਏ ਅਰਦਾਸ ਉਚਾਰੇ। ਇਹ ਕਹਿੰਦਾ ਭਾਈ ਬੁੱਧੂ ਜੀ। ਤੇ ਉਹ ਸਾਹਮਣੇ ਹੁਣ ਦਰਵਾਜ਼ੇ 'ਚ ਭਾਈ ਲੱਖੂ ਖੜਾ, ਦਰਵਾਜ਼ੇ 'ਚ ਹੀ ਭਾਈ ਬੁੱਧੂ ਜੀ ਉਹਨੂੰ ਜਵਾਬ ਦਿੰਦੇ ਪਏ ਆ। ਤੇ ਉਹਨੇ ਨੂੰ ਸਾਹਮਣੇ ਫਿਰ ਇੱਕ ਸਿੱਖ ਜਿਹੜਾ ਉਹ ਖੜ ਅਰਦਾਸ ਕਰ ਰਿਹਾ ਹੈ। ਪ੍ਰਸ਼ਾਦਾ ਛਕਣ ਤੋਂ ਬਾਅਦ ਛਕ ਕੇ ਚੁਲਾ ਪੜ੍ਹ ਕੇ ਹੁਣ ਅਰਦਾਸ ਕਰ ਰਿਹਾ ਹੈ। ਸ਼੍ਰੀ ਸਤਿਗੁਰ ਬੁੱਧੂ ਸਿੱਖ ਤੇਰੋ। ਤੇ ਉਹ ਸਿੱਖ ਨੇ ਅਰਦਾਸ ਕੀਤੀ, ਕਹਿੰਦਾ ਹੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸਤਿਗੁਰੂ ਜੀ ਤੁਹਾਡੇ ਦਰ ਘਰ ਦਾ ਇਹ ਸਿੱਖ ਹੈ ਭਾਈ ਬੁੱਧੂ ਨਾਮ ਦਾ। ਭੋਜਨ ਸਿੱਖ ਅਚਾਏ ਕਨੇਰੋ। ਤੇ ਮਹਾਰਾਜ ਨੇ ਸਿੱਖਾਂ ਨੂੰ ਭੋਜਨ ਛਕਾਇਆ ਹੈ। ਪੌੜੀ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵੀ ਅਗਣਤ ਪਰੇ ਭੰਡਾਰ। ਦਾਣਾ ਪਾਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀ ਦਾ ਤੇ ਸਿੱਖ ਟਹਿਲ ਭਾਵਨਾ ਆਪ ਜੀ ਕੇ ਸਿੱਖ ਪਰਿਵਾਰ ਭਾਈ ਬੁੱਧੂ ਜੀ ਦੀ ਸੱਚੇ ਪਾਤਸ਼ਾਹ ਲੇਖੇ ਵਿੱਚ ਲਾਉਣੀ। ਆਪ ਜੀ ਕਾ ਸਿੱਖ ਸੇਵਕ ਜਾਣ ਕੇ ਸੰਗਤ ਨੂੰ ਭਾਈ ਬੁੱਧੂ ਜੀ ਨੇ ਪ੍ਰਸ਼ਾਦਾ ਛਕਾਉਣ ਦੀ ਸੇਵਾ ਕੀਤੀ ਹੈ। ਰਾਸ ਪਚਾਵਾ ਆਏ ਇਸੀ ਕੋ। ਇਹ ਸੱਚੇ ਪਾਤਸ਼ਾਹ ਜੀ, ਇਹ ਜਿਹੜਾ ਵੀ ਮਨ ਵਿੱਚ ਕਾਮਨਾ ਹੈ ਨਾ, ਇਹਦੀ ਸੱਚੇ ਪਾਤਸ਼ਾਹ ਜੀ ਉਹ ਸਿਰੇ ਚਾੜਾਵੇ। ਭਾਈ ਬੁੱਧੂ ਜੀ ਜਿਨ੍ਹਾਂ ਕਾਮਨਾ ਨੂੰ ਮੁੱਖ ਰੱਖ ਕੇ ਪ੍ਰਸ਼ਾਦੇ ਦੀ ਸੇਵਾ ਸੰਗਤ ਦੀ ਕੀਤੀ,
ਹੇ ਸੱਚੇ ਪਾਤਸ਼ਾਹ ਜੀ, ਉਹ ਮਨੋ ਕਾਮਨਾਵਾਂ ਸਤਿਗੁਰੂ ਜੀ ਸਿਰੇ ਚਾੜ ਦੇਣਾ ਗੁਰੂ ਗਰੀਬ ਨਵਾਜ। ਤੁਮ ਕਰੁਣਾ ਤੇ ਪਾਕਹਿ ਨੀਕੋ। ਤੇ ਮਹਾਰਾਜ ਤੁਹਾਡੀ ਕਿਰਪਾ ਦੇ ਸਦਕਾ ਭਾਈ ਬੁੱਧੂ ਜੀ ਅਰਦਾਸ ਕਰਵਾਉਂਦੇ ਆ ਸਿੱਖਾਂ ਸੰਗਤਾਂ ਤੋਂ ਵੀ ਮੇਰਾ ਆਵਾ ਜਿਹੜਾ ਚੰਗਾ ਪੱਕ ਜਾਵੇ, ਇੱਟਾਂ ਸਾਰੀਆਂ ਪੱਕੀਆਂ ਨਿਕਲਣ। ਤੇ ਮਹਾਰਾਜ ਕਿਰਪਾ ਕਰਨੀ, ਸੇਵਾ ਥਾਏ ਪਾਉਣੀ। ਤੇ ਇਹ ਸੰਗਤ ਦੀ ਅਰਦਾਸ ਹੈ, ਮਹਾਰਾਜ ਕਿਰਪਾ ਕਰਕੇ ਇਹਦੀਆਂ ਸਾਰੀਆਂ ਇੱਟਾਂ ਪੱਕੀਆਂ ਨਿਕਲਣ, ਸੋਹਣਾ ਕੰਮ ਚੱਲੇ, ਅੰਨ ਧਨ ਦੀ ਬਹੁਲਤਾ ਕਰਨੀ, ਦਰਗਾਹੋਂ ਰਸਤਾਂ ਭੇਜਣੀਆਂ, ਸੁੰਦਰ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਜੀ। ਸੁਣ ਸਿੱਖ ਲਖੂ ਊਚ ਉਬਾਚਾ। ਤੇ ਇਧਰ ਜਦੋਂ ਸਿੱਖ ਅਰਦਾਸ ਕਰਦਾ ਉਹ ਕਹਿੰਦਾ ਮਹਾਰਾਜ ਇਹਦੇ ਆਵੇ ਪੱਕੇ ਨਿਕਲਣ, ਇੱਟਾਂ ਪੱਕੀਆਂ ਨਿਕਲਣ। ਸਿੱਖ ਦੇ ਮੂੰਹ ਵਿੱਚ ਇਹ ਗੱਲ ਹੈ। ਤੇ ਉਹ ਦਰਵਾਜ਼ੇ ਵਿੱਚ ਖੜਾ ਉੱਚੀ ਉੱਚੀ ਹੱਥ ਖੜੇ ਕਰਕੇ ਉਹ ਭਾਈ ਲਖੂ ਰੌਲਾ ਪਾਉਣ ਲੱਗਿਆ ਹੈ। ਬੁੱਧੂ ਰਹਿਓ ਪਚਾਵਾ ਕਾਚਾ। ਉਹ ਸਿੱਖ ਅਰਦਾਸ ਕਰਦਾ ਕਹਿੰਦਾ ਵੀ ਸੱਚੇ ਪਾਤਸ਼ਾਹ ਭਾਈ ਬੁੱਧੂ ਦੇ ਆਵੇ ਪੱਕੇ ਨਿਕਲਣ। ਉਹਨੇ ਅਰਦਾਸ ਕੀਤੀ ਤੇ ਭਾਈ ਲਖੂ ਹੱਥ ਉੱਤੇ ਖੜੇ ਕਰਕੇ ਜੋੜ ਕੇ ਕਹਿੰਦਾ ਨਹੀਂ ਮਹਾਰਾਜ, ਗੁਰੂ ਅਰਜਨ ਦੇਵ ਮਹਾਰਾਜ, ਇਹ ਬੁੱਧੂ ਦਾ ਆਵਾ ਕੱਚਾ, ਬੁੱਧੂ ਦੇ ਆਵੇ ਕੱਚੇ ਰਹਿਣ। ਇਧਰ ਅਰਦਾਸ ਸਿੱਖ ਕਰਦਾ ਤੇ ਭਾਈ ਲਖੂ ਦਰਵਾਜ਼ੇ ਤੇ ਉੱਚੀ ਉੱਚੀ ਇਸ ਤਰ੍ਹਾਂ ਕਹਿ ਰਿਹਾ ਹੈ। ਫੇਰ ਸ਼ੁਧਾ ਤੁਰ ਦੀਏ ਨਾ ਆਹਾਰਾ। ਮਹਾਰਾਜ ਇਹਦੀ ਇੱਟ ਇੱਕ ਪੱਕੀ ਨਾ ਨਿਕਲੇ, ਸਾਰੀਆਂ ਹੀ ਪਿੱਲੀਆਂ ਨਿਕਲਣ। ਮੈਨੂੰ ਭੁੱਖਾ ਵੇਖ ਕੇ ਮਹਾਰਾਜ ਦਰਵਾਜ਼ੇ ਤੇ ਆਏ ਨੂੰ ਇਹਨੇ ਪ੍ਰਸ਼ਾਦੇ ਤੋਂ ਮੋੜਿਆ ਹੈ। ਨਹਿ ਪਾਕਹਿ ਪਾ ਦੋਸ਼ ਉਦਾਰਾ। ਇਹ ਮਹਾਰਾਜ ਵੱਡਾ ਦੋਸ਼ ਕੀਤਾ, ਉਗਣ ਨਿਕਲਿਆ ਦੇ ਲੰਗਰ ਛਕਾਉਣ ਵਿੱਚ ਇਹਨੇ ਵਿਤਕਰਾ ਕੀਤਾ ਹੈ। ਸੱਚੇ ਪਾਤਸ਼ਾਹ ਦੀ ਇੱਕ ਵੀ ਇੱਟ ਪੱਕੀ ਨਾ ਨਿਕਲੇ, ਸਾਰੀਆਂ ਕੱਚੀਆਂ ਨਿਕਲਣ। ਭਾਈ ਲਖੂ ਉੱਥੇ ਖੜਾ ਅਰਦਾਸ ਕਰੀ ਜਾਂਦਾ ਹੈ। ਸੁਣ ਬੁੱਧੂ ਲਖੂ ਸੰਗ ਕਹੈ। ਤੇ ਸੁਣ ਕੇ ਹੁਣ ਭਾਈ ਬੁੱਧੂ ਦਾ ਸਾਰਾ ਉਹ ਛੱਲੀ ਪੂਣੀ ਦਾ ਤੇ ਲੱਗੀ ਹੋਈ ਹੈ। ਉਹ ਸੁਣ ਕੇ ਬੜਾ ਗੁੱਸੇ ਹੋਇਆ, ਭਾਈ ਲਖੂ ਨੂੰ ਫਿਰ ਵੱਟ ਮੱਥੇ ਪਾ ਕੇ ਬੋਲਦਾ ਹੈ। ਵੱਡਾ ਨਵੀਨ ਸਿੱਖ ਤੂੰ ਅਹੈ। ਕਹਿੰਦੇ ਉਹ ਤੂੰ ਨਵਾਂ ਹੀ ਵੱਡਾ ਸਿੱਖ ਆ ਗਿਆ ਵੀ ਉਹ ਸਿੱਖ ਅਰਦਾਸ ਸੰਗਤ ਕਰਦੀ ਪਈ ਹੈ ਤੇ ਤੂੰ ਵਿੱਚ ਨਵਾਂ ਗੁਰੂ ਕਾ ਸਿੱਖ ਆਪਦੇ ਆਪ ਨੂੰ ਖਵਾਉਣਾ, ਵੱਡਾ ਸਿੱਖ ਬਣਦਾ ਹੈ। ਮਮ ਕਾਰਜ ਹਿਤ ਗੁਰੂ ਉਬਾਚਾ। ਵੀ ਤੂੰ ਕਹਿਣਾ ਵੀ ਅਖੇ ਆਵਾ ਕੱਚਾ ਨਿਕਲੇ, ਬੁੱਧੂ ਦਾ ਆਵਾ ਕੱਚਾ ਰਹੇ, ਵੀ ਮੇਰਾ ਕਾਰਜ ਸਿੱਧ ਕਰਨ ਵਾਸਤੇ ਤਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਦੀ ਦੇ ਵੀ ਬਚਨ ਹੋਏ ਹਨ। ਪੱਕਾ ਹੈ ਪਜਾਵਾ ਰਹਿ ਨਾ ਕਾਚਾ। ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਕਹਿੰਦੇ ਪਏ ਆ ਵੀ ਤੇਰਾ ਜਿਹੜਾ ਪਜਾਵਾ ਪੱਕਾ ਹੋਵੇਗਾ, ਕੱਚਾ ਨਹੀਂ ਰਹੇਗਾ। ਦੂਜੀ ਗੱਲ ਵੀ ਸੰਗਤ ਵੀ ਸਾਰੀ ਕਹਿ ਰਹੀ ਹੈ। ਐਸੋ ਕਾਨ ਜੁਬਾਕ ਮਿਟਾਵੈ। ਵੀ ਤੂੰ ਆਣਾ ਆਵਾ ਕੱਚਾ ਰਹੇਗਾ, ਇੱਟ ਪੱਕੀ ਨਿਕਲਣੀ ਨਹੀਂ ਕੋਈ। ਤੂੰ ਇਹੋ ਜਿਹਾ ਭਾਈ ਕਿਹੜਾ ਆ ਗਿਆ ਨਵਾਂ ਵੱਡਾ ਸਿੱਖ ਜਿਹੜਾ ਇਹ ਮਹਾਰਾਜ ਦਾ ਬਚਨ ਉਲਟਾਉਣ ਦੀ ਗੱਲ ਕਰਦਾ ਹੈ। ਗੁਰ ਕੋ ਕਹਿਓ ਸਦਾ ਸਫਲਾਵੈ। ਕਿਉਂਕਿ ਜਾਣ ਲੈ ਭਾਈ ਲਖੂ ਵੀ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਕਦੇ ਖਾਲੀ ਨਹੀਂ ਮੁੜਦਾ, ਸਤਿਗੁਰਾਂ ਦਾ ਬਚਨ ਸਦਾ ਸਫਲਾ ਹੁੰਦਾ ਹੈ। ਭੋਜਨ ਸਮੈ ਨ ਪਹੁੰਚੋ ਆਪ। ਵੀ ਇੱਕ ਤੂੰ ਆਪ ਤਾਂ ਹੁਣ ਦੇਰ ਤੂੰ ਆਪ ਲਾਈ ਹੈ, ਵੀ ਅਸੀਂ ਤਾਂ ਸੱਦਾ ਕੱਲ ਦਾ ਦਿੱਤਾ ਹੋਇਆ, ਭੋਜਨ ਪ੍ਰਸ਼ਾਦਾ ਲੰਗਰ ਦੇ ਸਮੇਂ ਤੇ ਤੂੰ ਪਹੁੰਚਿਆ ਨਾ ਆਪ ਹੀ। ਕ੍ਰੋਧ ਕਰੇ ਹਮ ਦੇ ਤੋ ਸ਼ਰਾਪ। ਤੇ ਹੁਣ ਮੈਨੂੰ ਸ਼ਰਾਪ ਦੇਣਾ ਵੀ ਆਇਆ ਤੂੰ ਆਪ ਦੇਰ ਨਾਲ ਹੈ, ਹੁਣ ਲੜਦਾ ਮੇਰੇ ਨਾਲ ਤੇ ਅੱਗੋਂ ਮੰਦ ਸੰਬੰਧ ਬੋਲਦਾ, ਸ਼ਰਾਪ ਦੇਣ ਦੀਆਂ ਗੱਲਾਂ ਕਰਦਾ ਹੈ। ਹਮ ਪੀ ਹੈ ਗੁਰ ਸਿੱਖ ਮਹਾਨੇ। ਤੇ ਉਹ ਇਸ ਤਰ੍ਹਾਂ ਕਹਿ ਰਹੇ ਹੈ। ਤੇ ਅੱਗੋਂ ਭਾਈ ਲਖੂ ਜੀ ਕਹਿੰਦੇ ਆ ਠੀਕ ਹੈ, ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਆਖਿਆ ਹੋਊਗਾ ਵੀ ਤੇਰਾ ਆਵਾ ਪੱਕਾ ਨਿਕਲੇ, ਪਰ ਅਸੀਂ ਵੀ ਆਂਦਾ ਗੁਰੂ ਅਰਜਨ ਦੇਵ ਮਹਾਰਾਜ ਦੀ ਸਿੱਖ ਹੁੰਦੇ ਹਾਂ। ਨਹਿ ਭੋਜਨ ਦੇ ਕਰ ਤ੍ਰਿਪਤਾਨੇ। ਵੀ ਤੂੰ ਕਿਉਂਕਿ ਸੁਭਾਅ ਦਾ ਬਹੁਤ ਸਿੱਧਾ ਸੀ ਭਾਈ ਲਖੂ ਜੀ, ਤੇ ਇਹੋ ਜਿਹਾਂ ਦੀ ਮਹਾਰਾਜ ਅਰਦਾਸ ਛੇਤੀ ਸੁਣਦੇ ਆ। ਵਲ ਨਹੀਂ ਨਾ ਹੁੰਦਾ, ਚਤੁਰਾਈ ਨਾ ਚਤੁਰਭੁਜ ਪਾਈਆ, ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਘੁਰਾਇਆ। ਤੇ ਭਾਈ ਲਖੂ ਜੀ ਕਹਿੰਦੇ ਠੀਕ ਆਖਿਆ ਉਹ ਭਾਈ ਗੁਰੂ ਅਰਜਨ ਦੇਵ ਮਹਾਰਾਜ ਨੇ, ਤੇ ਅਸੀਂ ਵੀ ਉਸੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਹੁੰਨੇ ਆ। ਭਾਈ ਮੈਨੂੰ ਬੂਹਿਓਂ ਮੋੜਿਆ ਤੂੰ, ਘਰੇ ਆਏ ਨੂੰ ਭੋਜਨ ਦੇ ਕੇ ਛਕਾ ਕੇ ਰਜਾਇਆ ਨਹੀਂ ਹੈ। ਨਹਿ ਭੋਜਨ ਨਹਿ ਰਹਿ ਪਚਾਵਾ ਕਾਚਾ ਜਾਨ। ਤੇ ਜਾਣ ਲੈ ਭਾਈ ਬੁੱਧੂ ਵੀ ਚਾਹੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਤੇ ਚਾਹੇ ਸਾਰੀ ਹਜ਼ਾਰ ਸੰਗਤ ਕਵੇ, ਪਰ ਤੇਰੇ ਆਵੇ ਚੋਂ ਇੱਕ ਪੱਕੀ ਇੱਟ ਨਹੀਂ ਨਿਕਲਣੀ, ਸਾਰੀਆਂ ਹੀ ਕੱਚੀਆਂ ਨਿਕਲਣਗੀਆਂ, ਵੇਖ ਨਹੀਂ ਚਾਹੇ। ਇਮ ਕਹਿ ਸਿੱਖ ਕੀਨ ਪ੍ਰਸਥਾਨ। ਤੇ ਇਸ ਤਰ੍ਹਾਂ ਕਹਿ ਕੇ ਭਾਈ ਲਖੂ ਫਿਰ ਦਰਵਾਜ਼ੇ ਤੋਂ ਹੀ ਵਾਪਸ ਮੁੜ ਗਿਆ ਹੈ। ਦਿਵਸ ਆਗਲੇ ਬੁੱਧੂ ਗਇਓ। ਤੇ ਹੁਣ ਭਾਈ ਬੁੱਧੂ ਨੂੰ ਵਿਚਾਰੇ ਨੂੰ ਚੈਨ ਕਿੱਥੇ ਆਵੇ।
ਤੇ ਇਥੋਂ ਫਿਰ ਭਾਈ ਬੁੱਧੂ ਲਾਹੌਰੋਂ ਤੁਰਿਆ ਤੇ ਦੌੜਿਆ ਅੰਮ੍ਰਿਤਸਰ ਅਗਲੇ ਦਿਨ ਪਹੁੰਚਿਆ ਹੈ। ਜਾਏ ਈਂਟ ਕਾਂ ਦੇਖਤ ਭਇਓ। ਵਾਹਿਗੁਰੂ ਜਾ ਕੇ ਆਵਿਆਂ 'ਚ ਪਹੁੰਚਿਆ ਭਾਈ ਬੁੱਧੂ ਵੀ ਵੇਖੀਏ ਖਾਂ ਵੀ ਹੁਣ ਕੀ ਕਿਉਂਕਿ ਸੰਸ਼ਾ ਪੈ ਹੀ ਗਿਆ ਮਨ ਵਿੱਚ ਵੀ ਭਾਈ ਲੱਖੂ ਤਾਂ ਐਂ ਕਹਿੰਦਾ। ਜਾ ਕੇ ਜਦੋਂ ਫਿਰ ਆਵਿਆਂ ਵਿੱਚ ਇੱਟਾਂ ਵੇਖਣ ਲੱਗਿਆ ਹੈ ਜਿਤ ਕਿਨ ਕਾਲੀ ਪੀਲੀ ਆਵਤ। ਤੇ ਜਿਹੜੀ ਨੂੰ ਹੱਥ ਪਾਵੇ ਉਹੀ ਪਿੱਲੀ ਨਿਕਲੇ। ਤੇ ਹੈਰਾਨ ਹੁੰਦਾ ਵੀ ਅਜੇ ਮੈਂ ਕੱਲ ਪਰਸੋਂ ਵੇਖ ਕੇ ਗਿਆ, ਵੇਖ ਵੀ ਸਾਰੀਆਂ ਲਾਲ ਸੁਰਖ ਇੱਟਾਂ ਪੱਕੀਆਂ ਨਿਕਲੀਆਂ, ਵੀ ਇਹ ਕੀ ਗੱਲ ਬਣੀ ਆ। ਹੁਣ ਜਿਹੜੀ ਇੱਟ ਫੜਦਾ ਇੱਕ ਡਲਾ ਰੋੜਾ ਤੱਕ ਪੱਕਾ ਨਾ, ਸਾਰੀਆਂ ਦੀਆਂ ਸਾਰੀਆਂ ਇੱਟਾਂ ਇਹਦੀਆਂ ਪਿੱਲੀਆਂ ਨਿਕਲਦੀਆਂ ਹਨ। ਬਾਕੀ ਲਾਲ ਨਹੀਂ ਦ੍ਰਿਸ਼ਟਾਵਤ। ਤੇ ਕਿਤੇ ਵੀ ਵੇਖਦਾ ਫੜ ਫੜ ਕੇ ਵਿਚਾਰਾ, ਇੱਕ ਵੀ ਇੱਟ ਦੀ ਪੱਕੀ ਨਹੀਂ ਨਿਕਲਦੀ, ਸੁਰਖ ਲਾਲ ਕੋਈ ਦਿਸਦੀ ਨਹੀਂ ਹੈ। ਚਕ੍ਰਿਤ ਚਿੱਤ ਤੂਸ਼ਨ ਕਰ ਖਰਿਓ। ਤੇ ਬੜਾ ਚਿੱਤ ਜਿਹੜਾ ਉਹ ਚਕਰਤ ਹੋਇਆ, ਹੈਰਾਨ ਹੁੰਦਾ ਤੇ ਤੂਸ਼ਣ ਕਰਕੇ ਬੋਲਣੋਂ ਰਹਿ ਗਿਆ, ਚੁੱਪ ਕਰਕੇ ਖੜਾ ਹੋਇਆ ਹੈ। ਮੂਲ ਨਫਾ ਸਭ ਘਾਟਾ ਭਰਿਓ। ਤੇ ਮਨ 'ਚ ਵਿਚਾਰ ਕਰਦਾ ਵੀ ਘਾਟਾ ਪੈ ਗਿਆ, ਵੀ ਨਫਾ ਕੀ ਸੁਆਹ ਮਿਲਣਾ, ਮੇਰਾ ਮੂਲ ਵੀ ਗਿਆ, ਵੀ ਜਿੰਨੇ ਲਾਏ ਇੱਟਾਂ ਤੇ ਸਭ ਛੱਲੀ ਪੂਣੀ ਵੇਚ ਕੇ ਕਰਜ਼ਾ ਫੜ ਫੜ ਕੇ ਉਹ ਵੀ ਵਿੱਚੇ ਗਿਆ, ਨਫਾ ਵੀ ਨਾਲ ਗਿਆ ਹੈ। ਬ੍ਰਿੰਦ ਰੁਪਈਆ ਲਾਗਤ ਭਈ। ਵੀ ਮੈਂ ਤਾਂ ਬਹੁਤ ਮਾਇਆ ਇਹਦੇ ਤੇ ਲਾਗਤ ਕਰ ਦਿੱਤੀ, ਬੜਾ ਖਰਚਾ ਕਰ ਦਿੱਤਾ ਸੀ। ਮਾਟੀ ਸੋ ਮਾਟੀ ਮਿਲ ਗਈ। ਤੇ ਉਹ ਮਿੱਟੀ ਨੂੰ ਮਿੱਟੀ ਹੋ ਗਿਆ, ਮਿੱਟੀ ਤੇ ਲਾਇਆ ਤੇ ਸਾਰਾ ਮਿੱਟੀ ਦਾ ਮਿੱਟੀ ਹੋ ਚੁੱਕਾ ਹੈ। ਬਹੁਤ ਬਿਸੂਰਤ ਰਿਣ ਤੇ ਤਰਾਸਾ। ਵਿਚਾਰਾ ਹੁਣ ਕਰਜ਼ੇ ਤੋਂ ਡਰਦਾ ਵੀ ਇੰਨਾ ਕਰਜ਼ਾ ਕਿਵੇਂ ਲਾਵਾਂਗੇ, ਮੱਥੇ ਹੱਥ ਮਾਰਦਾ ਹੈ। ਕਿਆ ਕਰਾਂ ਮੈਂ ਘਰ ਮਹਿ ਫਾਸਾ। ਕਹਿੰਦੇ ਹੁਣ ਕੀ ਕਰਾਂ ਵੀ ਇਹ ਚੰਗਾ ਕਰਜ਼ੇ ਦਾ ਗਲ ਵਿੱਚ ਹੁਣ ਮੇਰੇ ਫਾਹਾ ਪੈ ਗਿਆ ਹੈ, ਵੀ ਹੁਣ ਕੀ ਕਰਾਂ ਵੀ ਇੰਨਾ ਕਰਜ਼ਾ ਮੇਰੇ ਸਿਰ ਚੜ ਗਿਆ, ਗਲ ਵਿੱਚ ਨਵੀਂ ਫਾਹੀ ਪੈ ਗਈ ਹੈ। ਕਰੀ ਧੀਰ ਗੁਰ ਬਚਨ ਵਿਚਾਰਾ। ਤੇ ਫਿਰ ਧੀਰਜ ਕੀਤਾ ਤੇ ਮਨ ਵਿੱਚ ਯਾਦ ਆਇਆ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਹੋਏ ਸਨ। ਤਬ ਲਵਪੁਰ ਤੇ ਤੁਰਤ ਪਧਾਰਾ। ਵੀ ਗੁਰੂ ਅਰਜਨ ਦੇਵ ਮਹਾਰਾਜ ਤਾਂ ਕਹਿੰਦੇ ਸੀ ਇੱਟਾਂ ਪੱਕੀਆਂ ਨਿਕਲਣਗੀਆਂ, ਤੇ ਇਹ ਕਿਵੇਂ ਹੋਇਆ, ਮਹਾਰਾਜ ਦਾ ਬਚਨ ਝੂਠਾ ਨਹੀਂ ਹੋ ਸਕਦਾ। ਤੇ ਦੌੜਿਆ ਫਿਰ ਇੱਥੋਂ ਲਾਹੌਰੋਂ ਅੰਮ੍ਰਿਤਸਰ ਸਾਹਿਬ ਪਹੁੰਚਿਆ ਹੈ। ਆਏ ਸੁਧਾ ਸੁਰ ਬੰਧਨ ਠਾਨੀ। ਅੰਮ੍ਰਿਤਸਰ ਸਾਹਿਬ ਪਹੁੰਚ ਕੇ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ। ਬਾਹਰ ਬਾਰ ਤਾਪਨ ਬਖਾਨੀ। ਤੇ ਅੱਖਾਂ 'ਚੋਂ ਪਾਣੀ ਡਿੱਗਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਨੂੰ ਆਪਦੀ ਸਾਰੀ ਵਿਥਿਆ ਸੁਣਾ ਦਿੱਤੀ ਵੀ ਮਹਾਰਾਜ ਇੱਕ ਵੀ ਪੱਕੀ ਇੱਟ ਨਹੀਂ ਨਿਕਲੀ, ਬਹੁਤ ਬੁਰਾ ਹਾਲ, ਮੈਂ ਕਰਜ਼ਾ ਚੁੱਕ ਚੁੱਕ ਕੇ ਆਵਿਆਂ ਤੇ ਲਾਇਆ ਸੀ, ਸਾਰਾ ਘਰ ਵੀ ਜਿਹੜਾ ਮੇਰਾ ਦਾਉ ਤੇ ਲੱਗਾ ਗਹਿਣਾ ਗੱਟਾ, ਤੇ ਮਹਾਰਾਜ ਬਹੁਤ ਬੇਅੰਤ ਕਰਜ਼ਾ ਚੁੱਕ ਕੇ ਮੈਂ ਸਾਰਾ ਇੱਟਾਂ ਪਾਈਆਂ ਸਨ। ਰਾਵਰ ਬਾਕ ਭਰੋਸਾ ਤਾਰ। ਤੇ ਮਹਾਰਾਜ ਮੈਂ ਤਾਂ ਤੁਹਾਡੇ ਬਚਨਾਂ ਤੇ ਭਰੋਸਾ ਰੱਖਿਆ ਹੋਇਆ ਵੀ ਇੱਟਾਂ ਪੱਕੀਆਂ ਨਿਕਲਣਗੀਆਂ, ਤੁਸਾਂ ਹੀ ਆਖਿਆ ਸੀ, ਮੈਂ ਅੱਗ ਦੇਣ ਤੋਂ ਪਹਿਲਾਂ ਅਰਦਾਸ ਕਰਵਾਈ ਸੀ। ਗੁਰ ਸੰਗਤ ਕੋ ਦਿਓ ਆਹਾਰ। ਤੇ ਤੁਸੀਂ ਆਖਿਆ ਸੀ ਸੰਗਤ ਸਿੱਖਾਂ ਸੰਗਤਾਂ ਦੀ ਸੇਵਾ ਕਰਿਆ ਕਰ। ਮਹਾਰਾਜ ਮੈਂ ਤਾਂ ਉਹ ਕਾਰਜ ਸਾਰਾ ਆਰੰਭ ਕਰਨ ਤੋਂ ਪਹਿਲਾਂ ਇੱਟਾਂ ਵੇਖਣ ਤੋਂ ਤੇ ਸੱਚੇ ਪਾਤਸ਼ਾਹ ਜੀ ਸਿੱਖਾਂ ਸੰਗਤਾਂ ਨੂੰ ਇਕੱਠੇ ਕਰਕੇ ਘਰ ਵਿੱਚ ਭੋਜਨ ਛਕਾਇਆ ਸੀ। ਤਉ ਪਚਾਵਾ ਕਾਚਾ ਰਹਿਓ। ਪਰ ਮਹਾਰਾਜ ਤਾਂ ਵੀ ਸੱਚੇ ਪਾਤਸ਼ਾਹ ਮੇਰੇ ਆਵੇ ਜਿਹੜੇ ਪਜਾਵੇ ਸਾਰੇ ਕੱਚੇ ਨਿਕਲੇ, ਇੱਟਾਂ ਕੱਚੀਆਂ ਪਿੱਲੀਆਂ ਹਨ। ਮੂਲ ਨਫਾ ਕੁਛ ਹਾਥ ਨ ਲਹਿਓ। ਮਹਾਰਾਜ ਮੇਰਾ ਮੂਲ ਵੀ ਗਿਆ, ਨਫਾ ਸਭ ਕੁਝ ਸੱਚੇ ਪਾਤਸ਼ਾਹ ਜੀ ਮੇਰੇ ਕੱਖ ਵੀ ਹੱਥ ਨਹੀਂ ਰਿਹਾ ਹੈ। ਨਹਿ ਅਲੰਬੋ ਤੁਮਰੇ ਬਿਨ ਮੇਰਾ। ਤੇ ਮਹਾਰਾਜ ਕਰਜ਼ਾ ਬਹੁਤ ਚੜ ਗਿਆ ਸਤਿਗੁਰੂ, ਤੁਹਾਡੇ ਬਿਨਾ ਹੁਣ ਮੇਰਾ ਕੋਈ ਆਸਰਾ ਨਹੀਂ ਹੈ। ਮਰਾਂ ਦੇਤ ਮੈਂ ਕਰਜ ਕਨੇਰਾ। ਜਿੰਨਾ ਕਰਜ਼ਾ ਮਹਾਰਾਜ ਚੜ ਗਿਆ ਮੇਰੇ ਤੇ, ਮੈਂ ਸਾਰੀ ਉਮਰ ਕਰਜ਼ਾ ਲਾਉਂਦਾ ਮਰ ਜਾਵਾਂਗਾ, ਦਿਹਾੜੀਆਂ ਮਜ਼ਦੂਰੀਆਂ ਕਰਦਾ, ਕਰਜ਼ਾ ਲੈਣਾ ਨਹੀਂ ਹੈ। ਸਤਿਗੁਰ ਕਹਿਓ ਜੋ ਸੰਗਤ ਭੋਜਨ। ਗਰੀਬ ਨਵਾਜ ਕਹਿੰਦੇ ਭਾਈ ਬੁੱਧੂ ਜਿਹੜਾ ਸਤ ਸੰਗਤ ਨੂੰ ਸਿੱਖਾਂ ਨੂੰ ਭੋਜਨ ਛਕਾਉਣਾ ਹੈ, ਬਿਰਥਾ ਗਇਓ ਤਹਾਂ ਤੇ ਕੋ ਜਨ। ਤੇ ਜਾਣ ਵੀ ਕੀ ਉੱਥੋਂ ਕੋਈ ਖਾਲੀ ਗਿਆ ਸੀ ਜਿਹੜਾ ਤੂੰ ਭੋਜਨ ਛਕਾਇਆ ਹੈ। ਸਿੱਖਾਂ ਸੰਗਤਾਂ ਨੂੰ ਘਰੇ ਲੰਗਰ ਛਕਾਇਆ ਵੀ ਯਾਦ ਕਰਕੇ ਕਿਉਂਕਿ ਮਹਾਰਾਜ ਤਾਂ ਜਾਨੀ ਜਾਣ ਹੈ ਨਾ, ਭਾਈ ਲੱਖੂ ਦੇ ਹਿਰਦੇ 'ਚ ਹੀ ਸਤਿਗੁਰੂ ਵਸਦੇ ਆ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬੁੱਧੂ ਮਾੜੀ ਝਾਤੀ ਮਾਰ ਵੀ ਕੀ ਕੋਈ ਸਿੱਖ ਖਾਲੀ ਤਾਂ ਨਹੀਂ ਗਿਆ ਜਦੋਂ ਪ੍ਰਸ਼ਾਦਾ ਲੰਗਰ ਕੀਤਾ ਸੀ। ਭਇਓ ਦੋਸ਼ ਕਛ ਲੇਹੋ ਵਿਚਾਰੀ। ਵੀ ਮਾੜਾ ਜਿਹਾ ਵਿਚਾਰ ਕੇ ਵੇਖ ਵੀ ਕਿਤੇ ਔਗਣ ਹੁੰਦਾ ਵੱਡਾ ਵੀ ਕੋਈ ਖਾਲੀ ਭੁੱਖਾ ਮੁੜ ਜਾਵੇ ਚੱਲਦੇ ਲੰਗਰ ਚੋਂ।
ਵਿਚਾਰ ਸੋਚ ਮੜਾ ਜਾ ਵੀ ਕਿਤੇ ਔਗਣ ਨਹੀਂ ਹੋਇਆ ਹੈ। ਸੁਣ ਬੁੱਧੂ ਕਰ ਜੋਰ ਉਚਾਰੀ, ਸੁਣ ਕੇ ਭਾਈ ਬੁੱਧੂ ਜੀਆਂ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕੀਤੀ ਸਭ ਪ੍ਰਸੰਨ ਹੋਏ ਜਬ ਖਾਏ। ਵੀ ਨਹੀਂ ਮਹਾਰਾਜ, ਜਦੋਂ ਸਾਰੇ ਖੁਸ਼ ਹੋਏ ਆ, ਛਕ ਕੇ ਪ੍ਰਸ਼ਾਦਾ, ਸੋਹਣਾ ਪ੍ਰਸ਼ਾਦਾ ਬਣਿਆ, ਸਾਰੀਆਂ ਸੰਗਤਾਂ ਛਕਿਆ, ਖੁਸ਼ ਹੋਏ ਆ, ਏਕ ਸਿੱਖ ਤਬ ਜਾਚੋ ਆਏ। ਤੇ ਇੱਕ ਸੱਚੇ ਪਾਤਸ਼ਾਹ ਮਹਾਰਾਜ ਕੋ ਮਸਤਾਨਾ ਜਾਂ ਸਿੱਖ ਸੱਚੇ ਪਾਤਸ਼ਾਹ ਜੀ ਵੀ ਜਦੋਂ ਸਾਰਿਆਂ ਛਕ ਲਿਆ ਤੇ ਪੰਗਤਾਂ ਉੱਠਣ ਲੱਗੀਆਂ, ਭੋਜਨ ਵਰਤਣ ਤੋਂ ਬਾਅਦ ਆ ਕੇ ਮੰਗਣ ਲੱਗਿਆ। ਤਿਸ ਕੋ ਨਹਿ ਆਹਾਰ ਮੈਂ ਦੀਨਾ। ਤੇ ਮਹਾਰਾਜ ਬਸ ਇਹ ਆ ਵੀ ਦੂਜੇ ਤਾਂ ਮਹਾਰਾਜ ਸਾਰਿਆਂ ਨੂੰ ਛਕਾਇਆ ਹੈ, ਤੇ ਅਰਦਾਸ ਕਰਨ ਤੋਂ ਪਹਿਲਾਂ ਇੱਕ ਸਿੱਖ ਪਹੁੰਚਿਆ ਸੀ, ਉਹਨੂੰ ਮੈਂ ਪ੍ਰਸ਼ਾਦੇ ਤੋਂ ਮੋੜਿਆ, ਖਾਲੀ ਨਹੀਂ ਛਕਾਇਆ। ਕਾਚੋ ਰਹਿ ਤਾਹੇ ਬਚ ਕੀਨਾ। ਤੇ ਉਂਝ ਮਹਾਰਾਜ ਉਸੇ ਨੇ ਕਿਹਾ ਸੀਗਾ ਵੀ ਚਾਹੇ ਗੁਰੂ ਅਰਜਨ ਦੇਵ ਜੀ ਵੀ ਆਖੀ ਜਾਣ ਵੀ ਪੱਕੇਗਾ, ਪਰ ਇਹ ਕੱਚਾ ਹੀ ਰਹੇਗਾ। ਉਸੇ ਦਾ ਹੀ ਮਹਾਰਾਜ ਬੋਲਾ ਛੱਡਿਆ ਹੋਇਆ ਹੈ। ਮੈਂ ਪਾਖਿਓ ਐਸੋ ਨਹਿ ਕੋਏ। ਤੇ ਸੱਚੇ ਪਾਤਸ਼ਾਹ ਜੀ ਮੈਂ ਤਾਂ ਕੋਈ ਇਹੋ ਜਿਹਾ ਆਖਿਆ ਭਾਖਿਆ ਨਹੀਂ ਹੈ। ਸਤਿਗੁਰ ਬਾਕ ਮਿਟਾਵੇ ਜੋਏ। ਵੀ ਮੈਂ ਸਗੋਂ ਨੂੰ ਇਹ ਆਖਿਆ ਵੀ ਤੂੰ ਕੌਣ ਹੈ ਇਹੋ ਜਿਹਾ, ਵੀ ਇਹੋ ਜਿਹਾ ਕੋਈ ਹੈ ਹੀ ਨਹੀਂ ਜਿਹੜਾ ਸਤਿਗੁਰਾਂ ਦਾ ਬਚਨ ਮਿਟਾ ਸਕੇ, ਮੋੜ ਸਕੇ। ਮਹਾਰਾਜ ਕਹਿੰਦੇ ਆਵਾ ਪੱਕਾ, ਤੂੰ ਕਿਵੇਂ ਕਹੇਗਾ ਵੀ ਕੱਚਾ ਨਿਕਲੇਗਾ। ਕੋਈ ਨਹੀਂ ਜੰਮਿਆ ਸਤਿਗੁਰਾਂ ਦੇ ਬਚਨ ਫੇਰਨ ਵਾਲਾ। ਤੁਮਰੋ ਵਾਕ ਨਿਫਲ ਕਰ ਦਿਓ। ਤੇ ਮਹਾਰਾਜ ਪਰ ਵੇਖ ਲੋ ਵੀ ਉਹ ਇੱਕ ਸਿੱਖ ਨੇ ਤੁਹਾਡਾ ਵਾਕ, ਤੁਹਾਡਾ ਬਚਨ ਵੀ ਸੱਚੇ ਪਾਤਸ਼ਾਹ ਜੀ ਬੇਫਲ ਕਰ ਦਿੱਤਾ, ਮੋੜ ਦਿੱਤਾ, ਤੋੜ ਦਿੱਤਾ ਹੈ। ਤਿਸ ਕੋ ਕਹਿਓ ਸਾਚ ਸਭ ਭਇਓ। ਤੇ ਤੁਸੀਂ ਕਹਿੰਦੇ ਪੱਕਾ ਹੋਵੇਗਾ, ਉਹ ਕਹਿੰਦਾ ਸੀ ਕੱਚਾ। ਤੇ ਮਹਾਰਾਜ ਵੇਖ ਲੋ ਫਿਰ ਉਹਦਾ ਬਚਨ ਪੂਰਾ ਹੋਇਆ ਹੈ, ਉਹਦਾ ਬਚਨ ਪੁੱਗ ਗਿਆ ਹੈ, ਤੁਹਾਡਾ ਬੇਫਲ ਹੋ ਗਿਆ ਹੈ। ਇੱਕ ਹੋਈ ਮੁਝ ਤੇ ਯਹ ਭੂਲ। ਉਸ ਤਰ੍ਹਾਂ ਮਹਾਰਾਜ ਵੀ ਉਹਨੂੰ ਪ੍ਰਸ਼ਾਦਾ ਨਹੀਂ ਛਕਾ ਸਕਿਆ, ਮੇਥੋਂ ਵੱਡੀ ਭੁੱਲ ਹੋਈ ਹੈ। ਜਿਸ ਤੇ ਵਾਕ ਕਹਿਓ ਪ੍ਰਤਕੂਲ। ਜਿਸ ਕਰਕੇ ਮਹਾਰਾਜ ਉਹਨੇ ਇਹੋ ਜਿਹੇ ਉਲਟ ਬਚਨ ਕਹੇ ਸੀ ਵੀ ਆਵਾ ਕੱਚਾ ਰਹੇਗਾ। ਜੇ ਆਵਤ ਸੋ ਸਭ ਕੇ ਸਾਥ। ਬਾਕੀ ਮਹਾਰਾਜ ਮੈਂ ਕੀ ਕਰਦਾ ਵੀ ਜੇ ਤਾਂ ਉਹ ਸਿੱਖ ਭਾਈ ਲਖੂ ਦੂਜੀਆਂ ਸੰਗਤਾਂ ਦੇ ਨਾਲ ਆ ਜਾਂਦਾ ਛਕਣ ਵਾਸਤੇ। ਦੇਤ ਆਹਾਰ ਤ੍ਰਿਪਤ ਹੈ ਨਾਥ। ਇਹ ਸਵਾਮੀ ਮਹਾਰਾਜ ਜੀ ਮੈਂ ਜਿੱਥੇ ਦੂਜਿਆਂ ਨੂੰ ਇੰਨਿਆਂ ਨੂੰ ਪ੍ਰਸ਼ਾਦਾ ਛਕਾਇਆ, ਨਾਲ ਉਹਨੂੰ ਵੀ ਛਕਾ ਦਿੰਦਾ, ਉਹ ਵੀ ਰੱਜ ਲੈਂਦਾ, ਛਕ ਲੈਂਦਾ। ਦੇਤ ਸਰਾਪ ਤਤ ਛਿਨ ਉੱਠ ਗਇਓ। ਪਰ ਮਹਾਰਾਜ ਉਹ ਤਾਂ ਆਇਆ ਤੇ ਬਸ ਮਾੜੀ ਜੀ ਗੱਲ ਹੋਈ ਤੇ ਸ਼ਰਾਪ ਦਿੰਦਾ ਹੋਇਆ, ਬੋਲਦਾ ਹੋਇਆ ਨਾਲ ਦੀ ਨਾਲ ਮੁੜ ਗਿਆ ਸੀ। ਪੁਨ ਖੋਜਿਓ ਸੋ ਮਿਲਤ ਨਾ ਭਇਓ। ਤੇ ਫਿਰ ਮੈਂ ਲੱਭਦਾ ਵੀ ਫਿਰਿਆ ਵੀ ਚਲੋ ਛਕਾ ਦਈਏ ਪ੍ਰਸ਼ਾਦਾ, ਵੀ ਸਿੱਖ ਨੂੰ ਕਾਹਨੂੰ ਗੁੱਸੇ ਕਰ ਮੋੜਨਾ। ਫਿਰ ਪਤਾ ਨਹੀਂ ਕਿੱਧਰ ਗਿਆ, ਮੈਨੂੰ ਮਿਲਿਆ ਨਹੀਂ ਉਹ। ਸੁਣ ਸਤਿਗੁਰ ਨੇ ਤੂਸ਼ਨ ਠਾਨੀ। ਸੁਣ ਕੇ ਸੱਚੇ ਪਾਤਸ਼ਾਹ ਜੀ ਬੋਲੇ ਨਾ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨੇਤਰ ਬੰਦ ਕਰ ਲਏ, ਚੁੱਪ ਹੋ ਗਏ ਹੈ। ਬੁੱਧੂ ਕੇ ਚਿਤ ਚਿੰਤ ਮਹਾਨੀ। ਤੇ ਭਾਈ ਬੁੱਧੂ ਜੀ ਦੇ ਮਨ ਵਿੱਚ ਹੁਣ ਉਹ ਕੱਚੀਆਂ ਇੱਟਾਂ ਪਿੱਲੀਆਂ ਦੀ ਬੜੀ ਚਿੰਤਾ ਲੱਗੀ ਹੈ। ਨੀਚੀ ਗਰੀਬ ਬਿਸੂਰਤ ਪਾਰੀ। ਤੇ ਗਿੱਚੀ ਜੀ ਥੱਲੇ ਸੁੱਟ ਕੇ ਸਿਰਜਿਆ। ਤੇ ਭਾਈ ਬੁੱਧੂ ਮਹਾਰਾਜ ਦੀ ਹਜ਼ੂਰੀ ਵਿੱਚ ਬੜਾ ਝੂਰੀ ਜਾਂਦਾ ਹੈ, ਡਰੀ ਜਾਂਦਾ ਹੈ ਕਰਜ਼ੇ ਤੋਂ। ਕਹਿਤੇ ਦਿਓ ਦਰਬ ਵਿਵਹਾਰੀ। ਤੇ ਮਨ ਵਿੱਚ ਇੱਕੋ ਹੀ ਵਿਚਾਰ ਕਰੀ ਜਾਂਦਾ ਹੈ ਵੀ ਮੈਂ ਕਿਵੇਂ ਸ਼ਾਹੂਕਾਰ ਨੂੰ ਜਿਹੜਾ ਉਹ ਪੈਸਾ ਮੋੜਾਂਗਾ, ਕਰਜ਼ਾ ਮੈਂ ਕਿਵੇਂ ਮੋੜਾਂਗਾ ਜੋ ਪਕੜਿਆ ਸੀ। ਭਇਓ ਅਧੀਰਜ ਪੀਰ ਕਨੇਰੀ। ਧੀਰਜ ਤੋਂ ਰਹਿਤ ਹੋ ਰਿਹਾ ਭਾਈ ਬੁੱਧੂ, ਤੇ ਮਨ ਵਿੱਚ ਬੜੀ ਪੀਰ ਹੈ, ਦੁੱਖ ਹੋ ਰਿਹਾ ਹੈ। ਕਹਾਂ ਹੋਏ ਹੈ ਗਤ ਅਬ ਮੇਰੀ। ਤੇ ਡਰਦਾ ਵੀ ਹੁਣ ਮੇਰੀ ਕੀ ਹਾਲਤ ਹੋਵੇਗੀ, ਵੀ ਸਾਰਾ ਕੁਝ ਮੇਰਾ ਵਿਕ ਜਾਣਾ, ਮੈਂ ਕਰਾਂਗਾ ਕੀ, ਬੱਚੇ ਭੁੱਖੇ ਮਰ ਜਾਣੇ ਆ। ਤੇ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਾ ਆਉਣ ਵਾਲਾ ਸਮਾਂ ਵੇਖ ਵੇਖ ਘਬਰਾਈ ਜਾਂਦਾ ਹੈ। ਕਿਤਕ ਕਾਲ ਜਬ ਬੈਠਿਓ ਰਹਿਓ। ਕੁਝ ਕੁ ਸਮਾਂ ਇਸ ਤਰ੍ਹਾਂ ਝੂਰਦਾ ਰਿਹਾ, ਮਹਾਰਾਜ ਚੁੱਪ ਰਹੇ, ਨੇਤਰ ਬੰਦ ਕੀਤੇ ਸਤਿਗੁਰਾਂ। ਸਮਾਂ ਬਤੀਤ ਹੋਇਆ ਕੁਝ ਸਮਾਂ। ਕਰੁਣਾ ਕਰੀ ਗੁਰੂ ਪੁਨ ਲਹਿਓ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਕਿਰਪਾ ਕਰਦੇ ਹੋਏ ਤੱਕਿਆ ਹੈ। ਕਹਿਤ ਭਏ ਤੈ ਨੀਕ ਨ ਠਾਨਿਓ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬੁੱਧੂ ਉਸ ਤਰ੍ਹਾਂ ਜੇ ਵੇਖੀਏ ਤੇ ਤੂੰ ਚੰਗਾ ਨਹੀਂ ਕੀਤਾ ਹੈ। ਸਿੱਖ ਅਤੇ ਥੋ ਕੋ ਸ਼ੁੱਧਿਤ ਨ ਜਾਣਿਓ। ਵੀ ਸਾਡੇ ਸਿੱਖ ਨੂੰ ਭੁੱਖੇ ਨੂੰ ਘਰੇ ਆਏ ਨੂੰ ਖਾਲੀ ਮੋੜਿਆ, ਉਹਦੀ ਭੁੱਖ ਦਾ ਕਸ਼ਟ ਨਹੀਂ ਤੂੰ ਜਾਣਿਆ ਹੈ। ਗੁਰ ਸਿੱਖਣ ਕੇ ਬਾਕ ਅਚਲ ਹੈ। ਤੇ ਫਿਰ ਉਹਨੇ ਕਹਿ ਦਿੱਤਾ ਵੀ ਆਵਾ ਕੱਚਾ ਰਹੇਗਾ। ਤੇ ਗੱਲ ਇਹ ਹੈ ਵੀ ਭਾਈ ਸਿੱਖ ਦਾ ਬਚਨ ਜਿਹੜਾ ਹੁੰਦਾ ਨਾ ਕਿਸੇ ਕਰਨੀ ਵਾਲੇ ਦਾ, ਕਿਉਂਕਿ ਭਾਈ ਲਖੂ ਜੀ ਸਾਧ ਸੰਗਤ ਜੀ ਕੀ ਪਾਠ ਜਪਜੀ ਸਾਹਿਬ ਦੇ ਕਰਦੇ ਸੀ, ਉਹਨਾਂ ਦੀ ਜੀਵਨ ਕਿਰਿਆ ਸੀ।
ਤੇ ਮਹਾਰਾਜ ਕਹਿੰਦੇ ਭਾਈ ਬੁੱਧੂ ਉਹ ਬਾਣੀ ਪੜਨ ਵਾਲਾ ਸਿੱਖ ਹੈ ਭਾਈ, ਉਹ ਹੁਣ ਜੋ ਮਰਜ਼ੀ ਆ ਵੀ ਪਰ ਉਹਦੇ ਮੂੰਹੋਂ ਨਿਕਲਿਆ ਹੋਇਆ ਬਚਨ ਪੂਰਾ ਹੋਵੇਗਾ ਹੀ ਹੋਵੇਗਾ। ਸਿੱਖਾਂ ਦੇ ਬਚਨ ਅਚਲ ਹੁੰਦੇ ਆ, ਟਲਦੇ ਨਹੀਂ ਆ। ਕਰਾਂ ਹਟਾਵਣ ਨਹਿ ਬਲ ਨਹਿ ਮਮ ਬਲ ਤੇ ਹੈ। ਮਹਾਰਾਜ ਕਹਿੰਦੇ ਵੀ ਸਿੱਖ ਕੋਈ ਬਚਨ ਕਰ ਦੇਵੇ, ਸਾਡੇ ਵਿੱਚ ਵੀ ਇੰਨੀ ਸ਼ਕਤੀ ਨੇ ਵੀ ਅਸੀਂ ਪੂਰੇ ਸੂਰੇ ਕਿਸੇ ਸਿੱਖ ਦਾ ਬਚਨ ਮੋੜ ਦਈਏ, ਉਹਦਾ ਬਚਨ ਟਾਲ ਦਈਏ, ਕੱਟ ਦਈਏ, ਸਾਡੇ ਵਿੱਚ ਵੀ ਇੰਨਾ ਬਲ ਨਹੀਂ ਹੈ। ਮੋਹਿ ਕਹੇ ਕੋ ਸਿੱਖ ਹਟਾਵੈ। ਤੇ ਜੇ ਅਸੀਂ ਕੋਈ ਬਚਨ ਕਰ ਦਈਏ ਤੇ ਸਿੱਖ ਕੋਈ ਕਰਨੀ ਵਾਲਾ ਹੋਵੇ ਤੇ ਸਾਡਾ ਕਿਹਾ ਹੋਇਆ ਬਚਨ ਸਿੱਖ ਉਲਟਾ ਸਕਦਾ। ਉਲਟਾਇਆ ਹੀ ਹੈ ਨਾ ਵੀ ਅਸੀਂ ਕਿਹਾ ਸੀ ਆਵਾ ਪੱਕਾ ਨਿਕਲੇਗਾ, ਤੇ ਭਾਈ ਲਖੂ ਕਹਿੰਦੇ ਨਹੀਂ ਕੱਚਾ, ਤੇ ਵੇਖ ਕੱਚਾ ਹੀ ਨਿਕਲਿਆ। ਇਸ ਕਰਕੇ ਸਿੱਖ ਦਾ ਬਚਨ ਅਸੀਂ ਨਹੀਂ ਉਲਟਾ ਸਕਦੇ, ਸਾਡੇ 'ਚ ਇੰਨਾ ਬਲ ਨਹੀਂ। ਇਹ ਗੁਰੂ ਅਰਜਨ ਦੇਵ ਮਹਾਰਾਜ ਦੀ ਨਿਮਰਤਾ ਹੈ। ਕਿਉਂਕਿ ਸਾਧ ਸੰਗਤ ਜੀ ਗੁਰੂ ਸੱਚੇ ਪਾਤਸ਼ਾਹ ਜੀ ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ। ਮਹਾਰਾਜ ਜਾਣਦੇ ਆ ਵੀ ਚਾਹੇ ਸਿੱਖ ਦੀ ਵਡਿਆਈ ਹੋ ਜਾਵੇ ਉਹਦੇ ਵਿੱਚ ਵੀ ਮਹਾਰਾਜ ਦੀ ਵਡਿਆਈ ਆ, ਕਿਉਂਕਿ ਸਿੱਖ ਹੈ ਹੀ ਗੁਰੂ ਕਰਕੇ ਹੈ। ਜੇ ਗੁਰੂ ਨਹੀਂ ਤੇ ਫਿਰ ਸਿੱਖ ਕਾਹਦਾ, ਸੰਸਾਰ ਥੋੜ੍ਹਾ ਤੁਰਿਆ ਫਿਰਦਾ। ਪਰ ਮਹਾਰਾਜ ਉਹ ਵਡਿਆਈ ਬਖਸ਼ ਰਹੇ ਆ। ਉਹ ਜਿਵੇਂ ਅਨੰਦਪੁਰ ਸਾਹਿਬ ਸਤਿਗੁਰਾਂ ਦੇ ਸਮੇਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਇਹ ਚੜ੍ਹ ਕੇ ਫੌਜ ਆਉਂਦੀ ਸੀ ਘੇਰਾ ਪਾਉਣ ਵਾਸਤੇ, 22 ਧਾਰ ਦੇ ਰਾਜ, ਛੋਟੀਆਂ ਮੋਟੀਆਂ ਲੜਾਈਆਂ ਹੁੰਦੀਆਂ। ਤੇ ਇੱਕ ਦਿਨ ਕਿਲੇ ਤੋਂ ਬਾਹਰ ਇਹ ਜਦੋਂ ਪਹਿਲਾਂ ਚੜ੍ਹ ਕੇ ਆਏ ਮਹਾਰਾਜ ਚੜ੍ਹੇ ਦਾ ਜਵਾਬ ਦਿੰਦੇ ਸੀ। ਸਤਿਗੁਰੂ ਨਹੀਂ ਸੀ ਸਿੰਘਾਂ ਨੂੰ ਆਖਦੇ ਵੀ ਕਿਸੇ ਤੇ ਚੜ੍ਹ ਕੇ ਜਾਣਾ। ਉਥੇ ਜਦੋਂ ਲੜਾਈ ਹੋਈ ਤੇ ਉਹ ਸਿੰਘਾਂ ਨੇ ਬੜਾ ਯੁੱਧ ਮਚਾਇਆ, ਉਹ ਦੌੜ ਗਏ, ਭੱਜ ਗਏ। ਪਹਾੜੀਏ ਜਾਂ ਮੁਗਲ ਸਨ, ਜਦੋਂ ਭੱਜੇ ਤੇ ਸਿੱਖ ਫਿਰ ਪੈਣ ਟੁੱਟ ਕੇ ਵੀ ਮਹਾਰਾਜ ਅੱਜ ਇਹਨਾਂ ਦਾ ਕੰਮ ਤਮਾਮ ਕੀਤਾ ਹੀ ਜਾਵੇ, ਰੋਜ਼ ਰੋਜ਼ ਚੜ੍ਹ ਕੇ ਆਉਂਦੇ ਆ। ਹੁਣ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨਹੀਂ ਆਂਦੇ ਜੇ ਚੜ੍ਹ ਕੇ ਆਉਣਗੇ ਦੁਬਾਰਾ ਫਿਰ ਤੁਸੀਂ ਆਪਦੀ ਪੈਰੀਜ ਲਾ ਲਓ, ਤੇ ਹੁਣ ਇਹਨਾਂ ਨੂੰ ਨਾ ਕੁਝ ਆਖੋ ਵੀ ਆਓ ਮੁੜ ਚੱਲੋ, ਹੁਣ ਚੱਲੋ ਚੱਲੀਏ। ਉਹ ਆਖਣ ਆਖੇ ਨਹੀਂ ਜੀ ਖਾਲਸਾ ਗੁਰੂ ਤੇ ਗੁਰੂ ਖਾਲਸਾ। ਮਹਾਰਾਜ ਹੁਣ ਚਾਹੇ ਤੁਸੀਂ ਆਖੀ ਵੀ ਜਾਓ ਵੀ ਅਸੀਂ ਤਾਂ ਹੁਣ ਇੱਕ ਵਾਰੀ ਵਿਖਾਵਾਂਗੇ ਇਹਨਾਂ ਨੂੰ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਫਿਰ ਰੋਕਿਆ ਵੀ ਨਹੀਂ ਹੁਣ ਭੱਜਦਿਆਂ ਤੇ ਵਾਰ ਨਹੀਂ ਕਰਨਾ, ਵੀ ਠੀਕ ਹੈ ਅਸੀਂ ਵੀ ਜੋ ਮਰਜ਼ੀ ਕਰ ਸਕਦੇ ਹਾਂ, ਪਰ ਜਗ ਸੰਸਾਰ ਦੀ ਕਿਰਿਆ ਹੁੰਦੀ, ਕੁਝ ਮਰਿਆਦਾ ਹੁੰਦੀ ਯੁੱਧ ਦੀ, ਉਹ ਵਿਗਾੜੀ ਦੀ ਨਹੀਂ। ਉਹ ਕੁਝ ਸੀਗੇ ਜਿਹੜੇ ਕਾਲੇ, ਉਹ ਕਹਿੰਦੇ ਨਹੀਂ ਮਹਾਰਾਜ ਅੱਜ ਇਹਨਾਂ ਨੂੰ 2 ਹੱਥ ਕਰਕੇ ਹੀ ਵੇਖਣੇ ਆ। ਉਹ ਮਗਰ ਪੈ ਗਏ, ਮਹਾਰਾਜ ਦੇ ਰੋਕਦਿਆਂ ਹੀ ਦੌੜ ਪਏ ਉਹਨਾਂ ਦੇ ਮਗਰ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਫਿਰ ਜਾਓ। ਮਹਾਰਾਜ ਨੇ ਘੋੜਾ ਮੋੜ ਲਿਆ ਕਿਲੇ ਵੱਲ ਨੂੰ, ਸੱਚੇ ਪਾਤਸ਼ਾਹ ਜੀ ਕਿਲੇ ਨੂੰ ਮੁੜੇ। ਅੱਗੋਂ ਫਿਰ ਉਹ ਮੁਗਲਾਂ ਨੇ ਵੇਖਿਆ ਵੀ ਹੁਣ ਇਕੱਲੇ ਹੀ ਹੈ, ਗੁਰੂ ਤਾਂ ਨਾਲ ਨਹੀਂ ਇਹਨਾਂ ਦੇ, ਪੈ ਗਏ ਅੱਗੋਂ। ਫਿਰ ਉੱਥੇ ਫਿਰ ਯੁੱਧ ਹੋਇਆ, ਫਿਰ ਭੱਜੇ ਪਿਛਾਂਹ ਨੂੰ। ਫਿਰ ਕਿਉਂਕਿ ਉਹਨਾਂ ਵੇਖ ਲਿਆ ਵੀ ਇਹ ਕਾਹਦੇ ਜੋਗੇ ਹੈ ਗੁਰੂ ਤੋਂ ਬਿਨਾਂ। ਫਿਰ ਇਹਨਾਂ ਨੇ ਵੇਖਿਆ ਸਿੰਘਾਂ ਨੇ ਵੀ ਹੁਣ ਕੰਮ ਤਾਂ ਗਲਤ ਹੋ ਗਿਆ। ਇੱਕ ਭੱਜਿਆ, ਫਿਰ ਦੌੜਿਆ ਮਹਾਰਾਜ ਦੀਆਂ ਮਿੰਨਤਾਂ ਕਰੇ, ਸਤਿਗੁਰੂ ਜੀ ਮੋੜ ਆਓ, ਇੱਕ ਵਾਰੀ ਘੋੜਾ ਲਿਆ ਕੇ ਠੱਲ ਦਿਓ ਮੈਦਾਨ ਵਿੱਚ, ਗਾਂਹ ਤੋਂ ਐ ਨਹੀਂ ਕਰਦੇ। ਸੱਚੇ ਪਾਤਸ਼ਾਹ ਜੀ ਨਾ ਰੁਕੇ। ਮਹਾਰਾਜ ਕਹਿੰਦੇ ਨਹੀਂ ਤੁਸੀਂ ਕਰ ਲਓ, ਤੁਸੀਂ ਕਹਿੰਦੇ ਸੀ ਵੀ ਇੱਕ ਵਾਰੀ ਪੱਕਾ ਹੀ ਕੰਮ ਕਰ ਦੇਣਾ ਅੱਜ। ਉਹ ਫਿਰ ਸਿੰਘ ਅੱਗੇ ਹੋ ਕੇ ਮਹਾਰਾਜ ਦੇ ਘੋੜੇ ਦੇ ਤੇ ਲਕੀਰ ਖਿੱਚ ਕੇ ਸ਼ਾਸਤਰ ਨਾਲ ਤੇ ਆਖਿਆ ਘੋੜੇ ਨੂੰ ਵੀ ਤੈਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਸਹੁੰ ਹੈ ਜੇ ਅੱਗੇ ਤੁਰੇ। ਸਤਿਗੁਰਾਂ ਦਾ ਘੋੜਾ ਫਿਰ ਸੱਚੇ ਪਾਤਸ਼ਾਹ ਮਹਾਰਾਜ ਬਥੇਰੇ ਅੱਡੀਆਂ ਮਾਰ ਨੂੰ ਨਾ ਤੁਰੇ, ਕਿਉਂਕਿ ਮਹਾਰਾਜ ਦੀ ਸੁਗੰਧ ਦਿੱਤੀ। ਤੇ ਸੱਚੇ ਪਾਤਸ਼ਾਹ ਮਹਾਰਾਜ ਵੀ ਕਹਿੰਦੇ ਤੂੰ ਵੀ ਇਹਨਾਂ ਦੇ ਨਾਲ ਰਹਿ ਕੇ ਮਸੰਦ ਸੀ, ਪਿਛਲੇ ਸਮੇਂ 'ਚ ਕੜਾਹ ਖਾਂਦਾ ਰਿਹਾ ਸਿੰਘਾਂ ਦੇ ਨਾਲ ਰਲ ਕੇ, ਵੀ ਤੂੰ ਵੀ ਇਹਨਾਂ ਦੀ ਕਰਦਾ। ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਜਦੋਂ ਪਿੱਛੇ ਮਹਾਰਾਜ ਨੇ ਘੋੜਾ ਮੋੜਿਆ, ਸਿੰਘਾਂ ਦੀ ਹਿਫਾਜ਼ਤ ਕੀਤੀ। ਉਹ ਜਦੋਂ ਮਹਾਰਾਜ ਫਿਰ ਮੈਦਾਨ ਵਿੱਚ ਗਏ ਫਿਰ ਦੌੜ ਗਏ। ਇਸ ਤਰ੍ਹਾਂ ਫਿਰ ਆਏ ਉਹ ਭਾਈ ਦਇਆ ਸਿੰਘ ਵਰਗਿਆਂ ਨੂੰ ਮਹਾਰਾਜ ਸਮਝਾਉਂਦੇ ਆ ਵੀ ਇਹ ਅਸੀਂ ਚਾਹੀਏ ਤੇ ਇੱਕ ਦ੍ਰਿਸ਼ਟੀ ਮਾਰੀਏ ਤੇ ਇਹਨਾਂ ਦੀ ਕੀ ਔਕਾਤ ਹੈ, ਇਹ ਲੱਭਣੇ ਨਹੀਂ। ਪਰ ਸੰਸਾਰ ਦੀਆਂ ਕੁਝ ਕਿਰਿਆ ਹੁੰਦੀਆਂ, ਕੁਝ ਮਰਿਆਦਾਵਾਂ ਹੁੰਦੀਆਂ, ਵਿਗਾੜੀਆਂ ਨਹੀਂ ਜਾਂਦੀਆਂ। ਪਰਮੇਸ਼ਰ ਦੀ ਰਜ਼ਾ ਵਿੱਚ ਰਾਜੀ ਰਹੀਦਾ, ਭੱਜਦੇ ਤੇ ਵਾਰ ਨਹੀਂ ਕਰਨਾ ਭਾਈ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਦੀ ਨਿਮਰਤਾ ਇਹ ਜਣਾ ਰਹੇ ਸੱਚੇ ਪਾਤਸ਼ਾਹ ਜੀ ਵੀ। ਪੂਰਾ ਸਿੱਖ ਕੋਈ ਬਾਣੀ ਪੜ੍ਹਨ ਵਾਲਾ ਭਾਈ, ਉਹਦਾ ਬਚਨ ਅਸੀਂ ਆਪ ਹੀ ਸਫਲਾ ਕਰਦੇ ਹਾਂ। ਭਾਵ ਵੀ ਅਸੀਂ ਆਪ ਦਾ ਬਚਨ ਆਪ ਹੀ ਮੋੜ ਲੈਂਦੇ ਵੀ ਚਲੋ ਸਿੱਖ ਦੀ ਵਡਿਆਈ ਹੋਣੀ ਚਾਹੀਦੀ ਹੈ। ਕੋਈ ਇਹ ਨਾ ਆਖੇ ਵੀ ਗੁਰੂ ਕੇ ਸਿੱਖ ਦੀ ਅਰਦਾਸ ਦਾ ਬਚਨ ਪੂਰਾ ਨਹੀਂ ਹੁੰਦਾ। ਤਾਂ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਵੀ ਸਾਡਾ ਕਿਹਾ ਹੋਇਆ ਬਚਨ ਕੋਈ ਸਿੱਖ ਹਟਾ ਸਕਦਾ,
ਪਰ ਅਸੀਂ ਸਿੱਖਾਂ ਦਾ ਬਚਨ ਨਹੀਂ ਕਦੇ ਮੋੜ ਸਕਦੇ ਹਾਂ। ਤਿਨ ਕੋ ਕਹਿਬੋ ਕੌਣ ਮਿਟਾਵੇ। ਵੀ ਸਿੱਖਾਂ ਦਾ ਕਿਹਾ ਹੋਇਆ ਬਚਨ ਭਾਈ ਦੱਸੋ ਭਾਈ ਬੁੱਧੂ ਜੀ ਕੌਣ ਮਿਟਾ ਸਕਦਾ? ਨਹੀਂ, ਅਸੀਂ ਵੀ ਨਹੀਂ ਮੇਟ ਸਕਦੇ ਹਾਂ। ਜੋ ਸੰਗਤ ਹਿਤ ਕਰਹਿ ਆਹਾਰੇ। ਜਦੋਂ ਵੀ ਕੋਈ ਸੰਗਤ ਦੇ ਵਾਸਤੇ ਪ੍ਰਸ਼ਾਦਾ ਪਾਣੀ ਲੰਗਰ ਕਰਨਾ ਹੈ ਸ਼ੁਧਿਤ ਨ ਜਾਣ ਦੇ ਨਿਜ ਦੁਆਰੇ। ਤੇ ਆਪਦੇ ਦਰਵਾਜ਼ੇ ਤੋਂ ਕਦੇ ਵੀ ਇੱਕ ਮਨੁੱਖ ਵੀ ਖਾਲੀ ਨਹੀਂ ਜਾਣ ਦੇਣਾ ਚਾਹੀਦਾ। ਜੇ ਲੰਗਰ ਕਰਨਾ ਤੇ ਫਿਰ ਇਸ ਤਰ੍ਹਾਂ ਕਰੋ ਵੀ ਆਇਆ ਹੋਇਆ ਇੱਕ ਵੀ ਪ੍ਰਾਣੀ ਦਰਵਾਜ਼ੇ ਤੋਂ ਖਾਲੀ ਨਾ ਜਾਵੇ। ਉਹ ਅਸੀਂ ਜਿਹੜੇ ਰੱਜੇ ਹੁੰਦੇ ਨਾ ਘਰੋਂ ਖਾ ਕੇ ਗਏ 5-5 7-7 ਉਹਨਾਂ ਨੂੰ ਲਾਓ, ਹੋਰ ਲਾਓ ਜੀ, ਹੋਰ ਲਾਓ। ਤੇ ਜੇ ਕੋਈ ਬਾਹਰ ਆ ਜਾਵੇ ਮੰਗਣ ਵਾਲਾ ਉਹਨੂੰ ਝਿੜਕਾਂ ਦਾਬੇ ਮਾਰ ਮਾਰ ਕੇ ਵੀ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਦਿੰਦਾ ਕੋਈ ਨਹੀਂ ਤੇ ਭਰਿਆਂ ਨੂੰ ਭਰੀ ਜਾਂਦੇ ਆ। ਤੋ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਧ ਸੰਗਤ ਜੀ ਕਿਸੇ ਵੀ ਰੂਪ ਵਿੱਚ ਪਰਖ, ਜਦੋਂ ਕੋਈ ਲੰਗਰ ਹੁੰਦਾ ਹੈ ਸਾਧ ਸੰਗਤ ਜੀ ਜੱਗ ਹੁੰਦਾ ਤੇ ਜਿੰਨੇ ਵੀ ਜੱਗ ਹੋਏ ਨਾ ਦੁਆਪਰ ਪਿਛਲੇ ਯੁੱਗਾਂ ਵਿੱਚ ਤੁਸੀਂ ਪੜ੍ਹ ਕੇ ਵੇਖੋ ਉੱਥੇ ਪਰਖ ਜ਼ਰੂਰ ਹੁੰਦੀ ਹੈ, ਕਿਉਂਕਿ ਯੱਗ ਸਫਲਾ ਪਰਖ ਤੋਂ ਬਿਨਾਂ ਨਹੀਂ ਹੁੰਦਾ। ਤੇ ਉਹ ਪਰਖ ਫਿਰ ਕਿਸੇ ਵੀ ਰੂਪ ਵਿੱਚ, ਕਿਉਂਕਿ ਪਰਮੇਸ਼ਰ ਤਾਂ ਕਿਤੇ ਮੰਗਤਾ ਹੈ ਤੇ ਕਿਤੇ ਪਰਮੇਸ਼ਰ ਦਾਨੀ ਹੈ ਭਾਈ। ਤੋ ਉਹ ਫਿਰ ਜਦੋਂ ਇਹੋ ਜਿਹੀ ਪਰਮੇਸ਼ਰ ਕਈ ਵਾਰੀ ਪਰਖ ਹੀ ਪਾਲ ਲੈਂਦਾ, ਆਪਾਂ ਨੂੰ ਪਤਾ ਨਹੀਂ ਹੁੰਦਾ, ਫਿਰ ਕਹਿ ਬਈ ਦਾ ਕੋਈ ਮੰਦ ਕਮੰਦ ਤੇ ਫਿਰ ਕੀਤਾ ਕਰਾਇਆ ਸਾਰਾ ਖੂਹ ਦੀ ਮਿੱਟੀ ਖੂਹ 'ਚ ਲੱਗ ਜਾਂਦੀ, ਜਿਵੇਂ ਆ ਭਾਈ ਬੁੱਧੂ ਜੀ ਨਾਲ ਹੋਇਆ। ਮਹਾਰਾਜ ਸਮਝਾਉਂਦੇ ਸੱਚੇ ਪਾਤਸ਼ਾਹ ਜੀ, ਹੇ ਭਾਈ ਬੁੱਧੂ ਜੀ ਵੀ ਕੋਈ ਲੰਗਰ ਪ੍ਰਸ਼ਾਦਾ ਸਿੱਖ ਘਰ ਵਿੱਚ ਕਰੇ, ਇੱਕ ਸਿੱਖ ਵੀ ਇੱਕ ਪ੍ਰਾਣੀ ਵੀ ਕੋਈ ਭੁੱਖਾ ਵਾਪਸ ਨਹੀਂ ਮੁੜਨਾ ਚਾਹੀਦਾ, ਸਭ ਨੂੰ ਰਜਾ ਕੇ ਤੋਰਨਾ ਚਾਹੀਦਾ ਹੈ। ਤਾ ਪੂਰਨ ਗੁਰ ਪੁਰਬ ਪਛਾਨੋ। ਤਾਂ ਗੁਰੂ ਕਾ ਪੁਰਬ ਜਿਹੜਾ ਕੋਈ ਲੰਗਰ ਕੀਤਾ ਯੱਗ ਪੂਰਨ ਹੁੰਦਾ, ਸਫਲਾ ਪਛਾਣਿਆ ਜਾਣਿਆ ਜਾਂਦਾ ਹੈ। ਨਾਹੇ ਤਾਂ ਊਨੋ ਰਹਿ ਚਿਤ ਠਾਨੋ। ਜੇ ਕੋਈ ਇੱਕ ਦਾ ਵੀ ਭੁੱਖਾ ਰਹਿ ਜਾਵੇ ਤੇ ਜਾਣ ਲੈ ਚਿੱਤ ਵਿੱਚ ਵੀ ਫਿਰ ਊਣਾ ਰਹਿ ਜਾਂਦਾ, ਪੂਰਾ ਨਹੀਂ ਹੋਇਆ ਹੁੰਦਾ ਹੈ। ਇਹੋ ਮੇਰੀ ਸਿੱਖ ਮੰਨਹਿ ਜੇਈ। ਇਸ ਕਰਕੇ ਜੇ ਮੇਰੀ ਤੂੰ ਇਹ ਸਿੱਖਿਆ ਸਾਡੀ ਮੰਨਣੀ ਕਰੇਗਾ, ਕਾਰਜ ਲਹਿ ਸਪੂਰਨ ਤੇ ਵੀ ਅਗਾਂਹ ਤੋਂ ਕੋਈ ਵੀ ਸਿੱਖ ਖਾਲੀ ਨਾ ਜਾਣ ਦੇਵੇਂ, ਭੁੱਖਾ ਨਾ ਜਾਣ ਦੇਵੇਂ, ਇੱਕ ਸਿੱਖ ਤੱਕ ਵੀ, ਤੇ ਜਿਹੜੀਆਂ ਮਨ ਦੀਆਂ ਸਭ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ। ਜਾਂ ਮਰ ਕਹਿੰਦੇ ਜਿਹੜੇ ਵੀ ਭਾਈ ਸਿੱਖ ਸਾਡੀ ਇਹ ਸਿੱਖਿਆ ਮੰਨਣਗੇ ਉਹਨਾਂ ਦੀ ਹਰੇਕ ਇੱਛਾ ਕਾਮਨਾ ਪੂਰੀ ਹੋਵੇਗੀ। ਗੁਰ ਸਿੱਖਣ ਤੇ ਭੈ ਨਿਤ ਕਰਨੋ। ਇਸ ਕਰਕੇ ਭਾਈ ਜਿਹੜੇ ਗੁਰੂ ਕੇ ਸਿੱਖ ਆ ਨਾ, ਬਾਣੀ ਪੜਨ ਵਾਲੇ, ਉਹਨਾਂ ਤੋਂ ਸਦਾ ਭੈ ਕਰਨਾ ਚਾਹੀਦਾ ਹੈ, ਭਰੋਸਾ ਤੇ ਉਹਨਾਂ ਤੋਂ ਭੈ ਰੱਖਣਾ ਚਾਹੀਦਾ, ਬੋਲ ਕਬੋਲ ਨਹੀਂ ਬੋਲਣੇ ਚਾਹੀਦੇ ਆ। ਕਬਹੂ ਅਨਾਦਰ ਨਹਿ ਮਨ ਤਰਨੋ। ਤੇ ਮਨ ਕਰਕੇ ਕਦੇ ਵੀ ਗੁਰਸਿੱਖਾਂ ਦਾ ਅਨਾਦਰ ਨਹੀਂ ਕਰਨਾ ਚਾਹੀਦਾ, ਤਿਰਸਕਾਰ ਨਹੀਂ ਕਰਨਾ ਚਾਹੀਦਾ ਹੈ। ਸਿੱਖ ਬਚਨ ਕੋ ਜਾਣਹਿ ਮੀਠ। ਤੇ ਸਿੱਖ ਕੋਈ ਵੀ ਬਚਨ ਬੋਲਣਾ ਤੇ ਸ਼ਰਧਾ ਰੱਖ ਕੇ ਉਹਨਾਂ ਨੂੰ ਮਿੱਠੇ ਕਰਕੇ ਮੰਨਣਾ ਜਾਣਨਾ ਹੈ। ਸਨਮੁਖ ਮਿਲਹਿ ਲਹੈ ਚਿਤ ਈਠੇ। ਤੇ ਅੱਗੋਂ ਸਨਮੁਖ ਹੋ ਕਰਕੇ ਮਿਲਣਾ ਤੇ ਚਿੱਤ ਵਿੱਚ ਚੰਗੇ ਕਰਕੇ ਜਾਣਨਾ ਹੈ, ਸਨਮੁਖ ਹੋ ਮਿਲਣਾ ਹੈ। ਅਬ ਨਾ ਚਿੰਤ ਕਰ ਹਿਰਦੇ ਮਝਾਰ। ਬਾਕੀ ਕੋਈ ਗੱਲ ਨਹੀਂ, ਜੇ ਕੱਚੀਆਂ ਨਿਕਲਾਈਆਂ ਇੱਟਾਂ ਤੇ ਭਾਈ ਬੁੱਧੂ ਹੁਣ ਮਨ ਵਿੱਚ ਚਿੰਤਾ ਨਾ ਕਰ, ਹੁਣ ਝੋਰਾ ਨਾ ਕਰ। ਕਾਰਜ ਤੇਰੋ ਦੇਹ ਸਵਾਰ। ਵੀ ਕੋਈ ਗੱਲ ਨਹੀਂ, ਅਸੀਂ ਇਸ ਤਰ੍ਹਾਂ ਕੱਚੀਆਂ ਇੱਟਾਂ ਦੇ ਨਾਲ ਹੀ ਤੇਰਾ ਕਾਰਜ ਜਿਹੜਾ ਸੁਧ ਕਰ ਦੇਵਾਂਗੇ। ਬਹੁਰਣ ਕਰਹੁ ਕਬਹੁ ਅਸਬਾਤ। ਤੇ ਪਰ ਇੰਨਾ ਵੀ ਅਗਾਂਹ ਖਿਆਲ ਰੱਖੀ, ਅੱਗੇ ਤੋਂ ਕੋਈ ਇਹੋ ਜਿਹਾ ਕੰਮ ਨਾ ਕਰਿਆ ਕਰੀ। ਸਿੱਖ ਅਨਾਦਰ ਹੈ ਦੁਖ ਦਾਤ। ਕਿਉਂਕਿ ਸਿੱਖ ਦਾ ਕੀਤਾ ਹੋਇਆ ਅਨਾਦਰ ਬੇਪਤੀ ਉਹ ਦੁੱਖ ਦਾ ਕਾਰਨ ਬਣਦੀ ਹੈ। ਕਾਚੀ ਈਂਟ ਪਚਾਵੇ ਜੋਏ। ਜਿਹੜੀਆਂ ਤੇਰੇ ਪਜਾਵੇ ਵਿੱਚੋਂ ਕੱਚੀਆਂ ਪਿੱਲੀਆਂ ਨਿਕਲੀਆਂ ਇੱਟਾਂ। ਪਾਕਹਿ ਮੂਲ ਪਾਕ ਬਿਕਹਿ ਮੂਲ ਪਾਕੀ ਕੇ ਸੋਏ। ਤੇ ਅਸੀਂ ਇਹ ਵਰਦਾਨ ਦੇਨੇ ਤੈਨੂੰ ਵੀ ਕੋਈ ਨਾ, ਜੇ ਇੱਟਾਂ ਕੱਚੀਆਂ ਵੀ ਨਿਕਲ ਆਈਆਂ, ਤੈਨੂੰ ਮਾਇਆ ਦੀ ਲੋੜ ਆ ਤੇ ਕੱਚੀਆਂ ਇੱਟਾਂ ਵੀ ਤੇਰੀਆਂ ਪੱਕੇ ਮੁੱਲ ਵਿਕਣਗੀਆਂ। ਰਿਣ ਉਤਰਹਿ ਅਰ ਨਫਾ ਸੁ ਪਾਵੈ। ਤੈਨੂੰ ਨਫਾ ਵੀ ਮਿਲੂਗਾ, ਸਾਰਾ ਕਰਜ਼ਾ ਵੀ ਤੇਰਾ ਉਤਰੇਗਾ, ਪੱਕੀਆਂ ਦੇ ਭਾਅ ਤੇਰੀ ਇੱਟ ਵਿਕਿਆ ਕਰੇਗੀ। ਸਿੱਖਣ ਸੇਵਾ ਸੁਖੀ ਰਹਾਵੈ। ਹਾਂ, ਸਿੱਖਾਂ ਦੀ ਸੇਵਾ ਕਰਿਆ ਕਰ ਭਾਈ, ਸਦਾ ਸੁਖੀ ਰਹੇਗਾ। ਬਚਕ
ਕਹਾਏ ਬੰਧਨ ਕਰ ਗਇਓ। ਇਸ ਤਰ੍ਹਾਂ ਮਹਾਰਾਜ ਤੋਂ ਬਚਨ ਲੈ ਕਰਕੇ ਸਤਿਗੁਰਾਂ ਨੂੰ ਮੱਥਾ ਟੇਕਿਆ ਤੇ ਵਾਪਸ ਮੁੜਿਆ ਭਾਈ ਬੁੱਧੂ। ਈਟਹਿ ਜਾਏ ਨਿਕਾਸਤ ਭਇਓ। ਤੇ ਇੱਟਾਂ ਜਦੋਂ ਫਿਰ ਜਾ ਕੇ ਆਪਣੇ ਆਵਿਆਂ ਵਿੱਚੋਂ ਕੱਢਣ ਪਿਆ ਹੈ। ਸਭ ਪਿੱਲਰੀ ਹੇਰਤ ਪਛਤਾਵਤ। ਤੇ ਹੁਣ ਜਿਹੜੀ ਕੱਢਦਾ ਨਿਕਲੀਆਂ ਪਿੱਲੀਆਂ ਹੀ ਆ, ਪਿੱਲੀਆਂ ਇੱਟਾਂ ਵੇਖ ਵੇਖ ਬੜਾ ਪਛਤਾਉਂਦਾ ਹੈ। ਗੁਰ ਬਚ ਸਿਮਰਤ ਧੀਰਜ ਪਾਵਤ। ਤੇ ਗੁਰੂ ਕੇ ਬਚਨਾਂ ਨੂੰ ਸਿਮਰਦਾ ਵੀ ਮਹਾਰਾਜ ਨੇ ਆਖਿਆ ਵੀ ਕੋਈ ਨਾ, ਜੇ ਪਿੱਲੀਆਂ ਨਿਕਲ ਵੀ ਆਈਆਂ ਤੇ ਫਿਰ ਵੀ ਪੱਕੀ ਦੇ ਭਾਅ ਵਿਕਣਗੀਆਂ। ਲੱਗੀ ਝਰੀ ਬਰਖਾ ਬਹ ਹੋਈ। ਤੋ ਇਸ ਤਰ੍ਹਾਂ ਜਿਹੜਾ ਹੈ, ਕਿਵੇਂ ਦੁਬਾਰਾ ਪੜਿਓ। ਲੱਗੀ ਝਰੀ ਬਰਖਾ ਬਹ ਹੋਈ। ਤੇ ਇਸ ਤਰ੍ਹਾਂ ਕੋਈ ਸਮਾਂ ਪਿਆ, ਇਹ ਮਹਾਰਾਜ ਦੇ ਬਚਨ ਯਾਦ ਕਰ ਕਰਕੇ ਖੁਸ਼ ਹੁੰਦਾ ਵੀ ਚਲੋ ਮਹਾਰਾਜ ਨੇ ਆਖਿਆ ਹੀ ਹੈ। ਉਹਨੇ ਨੂੰ ਕਹਿੰਦੇ ਝੜੀ ਲੱਗੀ ਤੇ ਬਹੁਤ ਵਰਖਾ ਪੈਣੀ ਸ਼ੁਰੂ ਹੋ ਗਈ ਹੈ। ਅਪਰ ਪਚਾਵਾ ਭਇਓ ਨ ਕੋਈ। ਤੇ ਹੋਰ ਕਿਤੇ ਕਚਾਵਾ ਕੋਈ ਪੱਕਾ ਹੈ ਨਹੀਂ ਸੀ, ਭਾਵ ਕੋਈ ਕਿਸੇ ਨੇ ਇੱਟਾਂ ਨਾ ਪਾਈਆਂ, ਝੜੀਆਂ ਲੱਗਣ ਕਰਕੇ ਪਾਸੇ ਆਸੇ। ਨੀਵ ਦੁਰਗ ਕੀ ਭਰਣੀ ਤਬੈ। ਤੇ ਇੰਨੇ ਨੂੰ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਕਲਾ ਵਰਤਾਈ ਵੀ ਇਹ ਕਿਲੇ ਦੀ ਕੰਧ ਡਿੱਗ ਪਈ ਤੇ ਕਿਲੇ ਦੀ ਉਹਨਾਂ ਨੀਂਹ ਭਰਨੀ ਸੀ। ਇੱਥੋਂ ਦੇ ਜਿਹੜੇ ਰਾਜਿਆਂ ਨੇ, ਲਾਹੌਰੀਆਂ ਨੇ, ਨਰਪਤ ਸ਼ਾਹੀ ਖੋਜਤ ਸਬੈ। ਤੇ ਜਿਹੜੇ ਉਹ ਰਾਜੇ ਦੇ ਬੰਦੇ ਐ, ਸੈਨਿਕ, ਉਹ ਚਾਰੇ ਪਾਸੇ ਇੱਟਾਂ ਲੱਭਦੇ ਲੱਭਦੇ ਫਿਰ ਰਹੇ ਐ। ਨਹੀਂ ਈਂਟ ਕਾ ਪ੍ਰਾਪਤ ਤਿਨ ਕੋ। ਤੇ ਇਧਰ ਸਾਰੇ ਲਾਹੌਰ ਕੀ ਲਾਗੇ ਤਾਗੇ ਕਿਤੇ ਵੀ ਉਹਨਾਂ ਨੂੰ ਇੱਟ ਨਾ ਪ੍ਰਾਪਤ ਹੋਈ ਐ। ਕਾਰਜ ਬਣਿਓ ਜ਼ਰੂਰੀ ਜਿਨ ਕੋ। ਤੇ ਕਾਰਜ ਉਹਨਾਂ ਦਾ ਹੁਣ ਜ਼ਰੂਰੀ, ਕਿਉਂਕਿ ਕਿਲੇ ਦੀ ਕੰਧ ਡਿੱਗੀ, ਡਰ ਹੁੰਦਾ ਹੈ ਨਾ ਕੋਈ ਹਮਲਾ ਕਰ ਦੇਵੇ। ਤੇ ਇਤਿਆਦਿਕ ਫਿਰ ਉਹ ਡਰ ਸੀ ਵੀ ਨੀਆਂ 'ਚ ਪਾਣੀ ਪੂਣੀ ਵੀ ਪੈ ਸਕਦਾ। ਉਹ ਕਾਰਜ ਜ਼ਰੂਰੀ ਸੀ, ਇੱਟ ਕਿਤੋਂ ਮਿਲ ਨਹੀਂ ਰਹੀ ਹੈ। ਸੁਧ ਕੋ ਸੁਨ ਬੁੱਧੂ ਬਲਵਾਏਬ। ਤੇ ਉਹਨਾਂ ਨੂੰ ਪਤਾ ਲੱਗਿਆ ਵੀ ਹੋਰ ਤਾਂ ਕਿਤੇ ਇੱਟ ਨਹੀਂ, ਤੇ ਬਹੁਤ ਭਾਰੀ ਮਾਤਰਾ ਵਿੱਚ ਇੱਕੇ ਥਾਂ ਤੇ ਇੱਟ ਪਈ ਹੈ। ਜਿੰਨੇ ਪਜਾਵੇ ਖੋਲ੍ਹੇ ਆ, ਭਾਈ ਬੁੱਧੂ ਉਹਦਾ ਨਾਂ ਹੈ। ਇਹਨਾਂ ਸੋਚ ਕੇ, ਉਹ ਸੁਣ ਕੇ ਭਾਈ ਬੁੱਧੂ ਬਾਰੇ ਤੇ ਆਪਦੇ ਪਾਸ ਸੱਦਿਆ ਹੈ। ਮੋਲ ਈਂਟ ਕਾ ਕੀਰ ਬਣਾਏਬ। ਤੇ ਦੱਸ ਪੁੱਛਿਆ ਵੀ ਇੱਟਾਂ ਚਾਹੀਦੀਆਂ, ਕਹਿੰਦੇ ਲੈ ਲਓ ਜੀ, ਕੀ ਮੁੱਲ ਲਓਗੇ। ਤੇ ਇਸ ਤਰ੍ਹਾਂ ਭਾਈ ਬੁੱਧੂ ਜੀ ਆਖਣਾ ਕੀਤਾ ਹੈ। ਜਿਮ ਪਾਕੀ ਤਿਮ ਕਾਚੀ ਦੇਵਾ। ਵੀ ਇੱਟਾਂ ਦਾ ਭਾਈ ਮੇਰੇ ਕੋਲ ਪਿੱਲੀਆਂ ਹੀ ਆ, ਪਰ ਐ ਆ ਵੀ ਮੈਂ ਹੁਣ ਪੱਕੇ ਜਿਹੜਾ ਰੇਟ ਇੱਟ ਦਾ ਪੱਕੀ ਦਾ ਚੱਲਦਾ ਭਾਅ, ਉਸੇ ਭਾਅ ਤੇ ਹੀ ਦੇਵਾਂਗਾ। ਬਾੜ ਘਾਟ ਅਪੁਰਨ ਕੁਛ ਲੇਵੋ। ਵੀ ਵੱਧ ਘੱਟ ਮੈਂ ਕੁਝ ਨਹੀਂ, ਵੀ ਚਾਹੇ ਕੱਚੀਆਂ ਲੈਣੀਆਂ ਲਓ, ਨਹੀਂ ਲੈਣੀਆਂ ਨਾ ਲਓ, ਪਰ ਮੇਰੀ ਇੱਕੋ ਗੱਲ ਹੈ ਵੀ ਜਿਹੜਾ ਪੱਕੀ ਇੱਟ ਦਾ ਮੁੱਲ ਚੱਲਦਾ ਮੈਂ ਇਹੀ ਲਵਾਂਗਾ। ਦੁਰਗੋ ਨੀਵ ਬਿਗੁਰੈ ਨਹਿ ਕੈਸੇ। ਵੀ ਕਿਉਂ, ਮੇਰੇ ਤੇ ਕਰਜ਼ਾ ਬਹੁਤ ਹੈ, ਇਸ ਕਰਕੇ ਭਾਈ ਇਹ ਮੇਰੀ ਜਿਹੜੀ ਉਹ ਹੈ ਹਿੰਡ ਵੀ ਮੈਂ ਉਹਨੇ ਹੀ ਲੈਣੇ ਆ। ਤੋ ਸੱਚੇ ਪਾਤਸ਼ਾਹ ਮਹਾਰਾਜ ਦਾ ਵਰਦਾਨ ਵਰਤ ਰਿਹਾ ਹੈ। ਤੇ ਇਧਰ ਇਹਨਾਂ ਵਿਚਾਰਿਆਂ ਦਾ ਕੰਮ ਰੁਕਿਆ ਹੋਇਆ ਕਿਲੇ ਦਾ ਕੰਧ ਡਿੱਗਣ ਕਰਕੇ, ਤੇ ਇਹਨਾਂ ਨੂੰ ਇੱਟ ਬਹੁਤ ਜ਼ਰੂਰੀ ਚਾਹੀਦੀ ਹੈ। ਦਿਓ ਦਰਬ ਬੁੱਧੂ ਕਰ ਤੈਸੇ। ਜੈਸੇ ਜਿੰਨਾ ਭਾਈ ਬੁੱਧੂ ਦੀਆਂ ਮਾਇਆ ਮੰਗੀ, ਉਹ ਸਾਰੀ ਮਾਇਆ ਦੇ ਦਿੱਤੀ ਹੈ। ਮੂਲ ਨਫਾ ਸਭ ਪਰਿਓ ਸੋ ਪਾਲੇ। ਇਸ ਤਰ੍ਹਾਂ ਭਾਈ ਬੁੱਧੂ ਜੀ ਦੇ ਪੱਲੇ ਸਾਰੇ ਪੈਸੇ ਮੁੜਾਏ ਜਿੰਨੇ ਲਾਏ ਆ, ਤੇ ਨਫਾ ਵੀ ਵਾਧੂ ਹੋਇਆ ਹੈ। ਗੁਰ ਮਹਿਮਾ ਕੋ ਲਖਿਓ ਵਿਸਾਲੇ। ਤੇ ਮਨ ਵਿੱਚ ਜਾਣਿਆ ਵੀ ਗੁਰੂ ਅਰਜਨ ਦੇਵ ਮਹਾਰਾਜ ਤੁਹਾਡੀ ਮਹਿਮਾ ਵੱਡੀ, ਸੱਚੇ ਪਾਤਸ਼ਾਹ ਜੀਓ। ਸਿੱਖ ਕੋ ਬਾਕਨ ਗੁਰੂ ਮਿਟਾਇਓ। ਵੀ ਕਵੀ ਜੀ ਕਹਿੰਦੇ ਵੇਖੋ ਭਾਈ, ਇਹੋ ਜਿਹੇ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਸਿੱਖ ਦਾ ਬਚਨ ਵੀ ਨਹੀਂ ਮੋੜਿਆ। ਵੀ ਮਹਾਰਾਜ ਚਾਹੁੰਦੇ ਤੇ ਫਿਰ ਜੇ ਪੱਕੀਆਂ ਤੋਂ ਕੱਚੀਆਂ ਭਾਈ ਲੱਖੂ ਕਰ ਸਕਦੇ ਆ, ਤੇ ਭਾਈ ਲੱਖੂ ਦੇ ਗੁਰੂ ਹੈ ਗੁਰੂ ਅਰਜਨ ਦੇਵ ਮਹਾਰਾਜ, ਤੇ ਮਹਾਰਾਜ ਚਾਹੁੰਦੇ ਤੇ ਫਿਰ ਕੱਚੀਆਂ ਤੋਂ ਫਿਰ ਪੱਕੀਆਂ ਕਰ ਸਕਦੇ ਸੀ। ਪਰ ਮਹਾਰਾਜ ਨੇ ਸਿੱਖ ਦਾ ਬਚਨ ਨਹੀਂ ਮੋੜਿਆ। ਸਿੱਖ ਨੇ ਮਹਾਰਾਜ ਦਾ ਬਚਨ ਮੋੜ ਦਿੱਤਾ, ਪਰ ਸਤਿਗੁਰਾਂ ਸਿੱਖ ਦਾ ਬਚਨ ਨਹੀਂ ਟਾਲਿਆ, ਇੱਜ਼ਤ ਰੱਖੀ ਹੈ। ਆਪਨੋ ਕਹਿਓ ਪ੍ਰਥਮ ਨਿਫਲਾਇਓ। ਤੇ ਆਪ ਦਾ ਕਿਹਾ ਹੋਇਆ ਮਹਾਰਾਜ ਨੇ ਆਪ ਹੀ ਨਿਫਲਾ ਲਿਆ, ਮੋੜ ਲਿਆ। ਵੀ ਪੱਕੀਆਂ ਹੋਣਗੀਆਂ, ਕੱਚੀਆਂ ਹੋ ਗਈਆਂ ਸੀ ਲੱਖੂ ਦੇ ਕਹੇ ਤੇ। ਲੱਖੂ ਭਾਈ ਦਾ ਬਚਨ ਨਹੀਂ ਮੋੜਿਆ। ਮਹਾਰਾਜ ਨੇ ਇੱਜ਼ਤ ਰੱਖੀ ਆਪਣੇ ਸਿੱਖ ਦੀ। ਪਾਕੀ ਕੇ ਮੁਲਕਾਚ ਬਿਕਾਈ। ਤੇ ਫਿਰ ਇਹਦੀ ਵੀ ਪੈਜ ਰੱਖੀ ਭਾਈ ਬੁੱਧੂ ਦੀ, ਪੱਕੀ ਦੇ ਰੇਟ ਇਹਦੀ ਕੱਚੀ ਇੱਟ ਵਕਾ ਦਿੱਤੀ ਹੈ। ਸੁਣ ਕੇ ਗੁਰ ਸਿੱਖਿਅਨ ਸਮੁਦਾਈ। ਇਸ ਤਰ੍ਹਾਂ ਗੁਰੂ ਕੇ ਸਿੱਖਾਂ ਸਾਰਿਆਂ ਨੇ ਸੁਣਿਆ ਹੈ। ਵਾਸੁਦੇਵ ਨਿਜ ਬਾਚੋ ਨਿਫਲਾਇਓ। ਤੇ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸਿੱਖ ਜਿਹੜੇ ਆ ਨਾ, ਉਹ ਇਸ ਤਰ੍ਹਾਂ ਕਹਿ ਰਹੇ ਆ
ਵੀ ਇਹ ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਤਰ੍ਹਾਂ ਕੀਤਾ ਹੈ, ਜਿਵੇਂ ਵਾਸਦੇਵ ਕਹੀਏ ਕ੍ਰਿਸ਼ਨ ਨੇ ਆਪਦਾ ਬਚਨ ਨਿਫਲ ਕਰ ਲਿਆ ਸੀਗਾ। ਭੀਸ਼ਮ ਕੋ ਸਾਚੋ ਦਿਖਲਾਇਓ। ਤੇ ਭੀਸ਼ਮ ਪਿਤਾਮਾ ਨੂੰ ਸੱਚਾ ਦਿਖਾ ਦਿੱਤਾ ਸੀਗਾ। ਇਸ ਤਰ੍ਹਾਂ ਵੀ ਮਹਾਰਾਜ ਨੇ ਵਾਸਦੇਵ ਕ੍ਰਿਸ਼ਨ ਵਾਂਗੂ ਆਪਦਾ ਬਚਨ ਮੋੜ ਲਿਆ ਤੇ ਭੀਸ਼ਮ ਪਿਤਾਮਾ ਦਾ ਬਚਨ ਸੱਚਾ ਵਿਖਾ ਦਿੱਤਾ। ਗਹੋ ਨ ਸ਼ਸਤਰ ਯੁੱਧ ਮੈਂ ਕਹਿਓ। ਕ੍ਰਿਸ਼ਨ ਭਗਵਾਨ ਜਦੋਂ ਪਾਂਡਵਾਂ ਵਾਲੇ ਪਾਸੇ ਹੋਏ ਸੀ ਤੇ ਪਰਨ ਕੀਤਾ ਸੀ ਵੀ ਮੈਂ ਸ਼ਾਸਤਰ ਨਹੀਂ ਚੁੱਕਾਂਗਾ। ਮਹਾਭਾਰਤ ਦੇ ਯੁੱਧ ਅੰਦਰ ਕ੍ਰਿਸ਼ਨ ਨੇ ਪ੍ਰਤੱਗਿਆ ਲਈ ਸੀ। ਮੈਂ ਕਹਿ ਬਾਉ ਭਗਤ ਨੇ ਚਹਿਓ। ਤੇ ਇਹਦਾ ਭਗਤ ਸੀ ਜਿਹੜਾ ਭੀਸ਼ਮ ਪਿਤਾਮਾ, ਉਹਨੇ ਆਖਿਆ ਸੀ ਵੀ ਇੱਕ ਰੀ ਤੈਨੂੰ ਸ਼ਸਤਰ ਜ਼ਰੂਰ ਚੁਕਾਵਾਂਗਾ ਕ੍ਰਿਸ਼ਨ ਭਗਵਾਨ, ਵੀ ਮੈਂ ਵੀ ਤੇਰਾ ਹੀ ਸ਼ਿਸ਼ਿਆ, ਤੈਨੂੰ ਪੂਜਦਾ, ਵੀ ਮੈਂ ਤੇਰਾ ਚੇਲਾ, ਤੇਰਾ ਸਿੱਖ ਜਿਹੜਾ ਜਾਂ ਤੇਰੇ ਪੂਜਣ ਵਾਲਾ, ਮੈਂ ਤੇਰਾ ਭਗਤ ਤਾਂ ਖਵਾਵਾਂਗਾ ਜੇ ਤੈਨੂੰ ਸ਼ਾਸਤਰ ਨਾ ਫੜਾਏ ਤੇ ਮੈਨੂੰ ਆਪਦਾ ਭਗਤ ਨਾ ਆਖੀ। ਇਹ ਭੀਸ਼ਮ ਪਿਤਾਮਾ ਨੇ ਜਿਹੜੀ ਪ੍ਰਤੱਗਿਆ ਲਈ ਸੀ। ਮਹਾਭਾਰਤ ਵਿੱਚ ਜਿਵੇਂ ਪ੍ਰਸੰਗ ਆਉਂਦਾ ਤੋ ਉਹ ਜ਼ਿਕਰ ਕਰ ਰਹੇ ਕਵੀ ਜੀ। ਤੋ ਇਸ ਤਰ੍ਹਾਂ ਕ੍ਰਿਸ਼ਨ ਭਗਵਾਨ ਨੂੰ ਫਿਰ ਸ਼ਸਤਰ ਚੁਕਾ ਦਿੱਤੇ ਸੀ ਭੀਸ਼ਮ ਪਿਤਾਮਾ ਨੇ। ਜਦੋਂ ਯੁੱਧ ਹੋਇਆ ਨਾ ਮਹਾਭਾਰਤ ਦਾ, ਇਹ ਰਥਵਾਈ ਸੀ ਭਗਵਾਨ ਕ੍ਰਿਸ਼ਨ ਅਰਜੁਨ ਦੇ, ਤੇ ਅਰਜੁਨ ਦਾ ਜਦੋਂ ਯੁੱਧ ਭੀਸ਼ਮ ਪਿਤਾਮਾ ਨਾਲ ਹੋਇਆ, ਫਿਰ ਇਹੋ ਜਿਹੇ ਸ਼ਸਤਰ ਭੀਸ਼ਮ ਪਿਤਾਮਾ ਨੇ ਚਲਾਏ ਤੇ ਅਰਜੁਨ ਵਿਚਾਰੇ ਨੂੰ ਫਿਰ ਹੱਥਾਂ ਪੈਰਾਂ ਦੀ ਪਈ। ਆਖਿਆ ਮਹਾਰਾਜ ਵੀ ਤੁਸੀਂ ਸਮੇਂ ਦੇ ਅਵਤਾਰ ਹੋ, ਵੀ ਮੈਨੂੰ ਬਚਾਓ, ਵੀ ਇਹ ਤਾਂ ਝਾਟੀ ਇਹਨੇ ਮਾਰ ਦੇਣਾ ਮੈਨੂੰ। ਤੋ ਫਿਰ ਮਜਬੂਰੀ ਬਣਾ ਦਿੱਤੀ ਸੀ ਕ੍ਰਿਸ਼ਨ ਭਗਵਾਨ ਨੇ। ਫਿਰ ਰਥ ਦਾ ਪਹੀਆ ਲਾ ਕੇ ਘੁਮਾਇਆ ਸੀ ਅਰਜੁਨ ਦੇ ਅੱਗੇ। ਜਦੋਂ ਘੁਮਾਇਆ ਤੇ ਭੀਸ਼ਮ ਪਿਤਾਮਾ ਨੇ ਉਸੇ ਵੇਲੇ ਸ਼ਾਸਤਰ ਸੁੱਟ ਦਿੱਤਾ ਸੀ। ਆਖਿਆ ਸੀ ਵੀ ਭਗਵਾਨ ਕਿਰਾਂ ਤੈਨੂੰ ਸ਼ਾਸਤਰ ਹੀ ਚੁਕਾਉਣਾ ਸੀਗਾ, ਲੈ ਮੈਂ ਆਪਦੀ ਪ੍ਰਤੱਗਿਆ ਪੂਰੀ ਕੀਤੀ ਹੈ, ਹੁਣ ਮਾਰ ਚਾਹੇ ਨਾ, ਚਾਹੇ ਅਰਜੁਨ ਮਾਰੇ ਚਾਹੇ ਤੂੰ ਮਾਰ, ਹੁਣ ਕੋਈ ਪਰਵਾਹ ਨਹੀਂ। ਵੀ ਇੱਕ ਵਾਰੀ ਮੇਰੀ ਵੀ ਪ੍ਰਤੱਗਿਆ ਸੀ ਵੀ ਤੇਰਾ ਭਗਤ ਹੀ ਮੈਂ ਤਾਂ ਆ ਜੇ ਤੈਨੂੰ ਇੱਕ ਵਾਰੀ ਸ਼ਾਸਤਰ ਨਾ ਚੁਕਾਏ ਤਾਂ। ਤੋ ਇਸ ਤਰ੍ਹਾਂ ਉਹ ਕਵੀ ਜੀ ਕਹਿੰਦੇ ਵੀ, ਜਾਂ ਸਿੱਖ ਕਹਿ ਰਹੇ ਵੀ ਇਹ ਤਾਂ ਮਹਾਰਾਜ ਨੇ ਉਹੀ ਕੀਤੀ, ਆਪਦੀ ਪ੍ਰਤੱਗਿਆ, ਸਿੱਖ ਦੀ ਪ੍ਰਤੱਗਿਆ ਪੂਰੀ ਕੀਤੀ ਹੈ। ਆਪਨ ਪ੍ਰਤੱਗਿਆ ਤਾਜੋ ਰਣ ਮਾਹੀ। ਜਿਵੇਂ ਕ੍ਰਿਸ਼ਨ ਭਗਵਾਨ ਨੇ ਆਪਦੀ ਪ੍ਰਤੱਗਿਆ ਛੱਡ ਦਿੱਤੀ ਸੀ, ਸ਼ਸਤਰ ਚੁੱਕ ਲਏ ਸੀਗੇ ਜੰਗ ਦੇ ਮੈਦਾਨ ਵਿੱਚ, ਗਹੇ ਸ਼ਸਤਰ ਮਾਰਨ ਹਿਤ ਤਾਹੀ। ਤੇ ਭੀਸ਼ਮ ਪਿਤਾਮਾ ਨੂੰ ਮਾਰਨ ਵਾਸਤੇ ਫਿਰ ਸ਼ਸਤਰ ਚੁਕਾ ਦਿੱਤੇ ਸੀ। ਭਗਤ ਨੇ ਆਪ ਹੀ ਸ਼ਸਤਰ ਚੁੱਕਣ ਤੇ ਮਜਬੂਰ ਕਰ ਦਿੱਤਾ ਸੀ। ਧੁਰ ਕੀ ਬਾਣ ਇਹੀ ਪ੍ਰਭ ਕੇਰੀ। ਕਹਿੰਦੇ ਭਾਈ ਆਦ ਕਾਲ ਤੋਂ ਲੈ ਕੇ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਅਕਾਲ ਪੁਰਖ ਪ੍ਰਭੂ ਪਰਮੇਸ਼ਰ ਦੀ ਸ਼ੁਰੂ ਤੋਂ ਹੀ ਇਹ ਬਾਣ ਰਹੀ, ਆਦਤ ਰਹੀ ਹੈ ਵੀ ਆਪਦੇ ਸਿੱਖਾਂ ਦੀ ਭਗਤਾਂ ਦੀ ਲਾਜ ਰੱਖਦਾ ਹੈ ਤੇ ਆਪਦੀ ਪ੍ਰਤੱਗਿਆ ਮੋੜ ਲੈਂਦਾ ਹੈ। ਸਿੱਖ ਦਾ ਬਚਨ ਭਗਤ ਦਾ ਬਚਨ ਪੂਰਾ ਕਰਦਾ ਹੈ। ਸਿੱਖਣ ਸਭ ਵਿਚਾਰ ਕਰ ਹੇਰੀ। ਇਸ ਤਰ੍ਹਾਂ ਸਾਰੇ ਸਿੱਖਾਂ ਨੇ ਵੇਖ ਵੀ ਲਿਆ ਤੇ ਵਿਚਾਰ ਵੀ ਲਿਆ ਵੀ ਸੱਚਮੁੱਚ ਭਾਈ ਪਰਮੇਸ਼ਰ ਜਿਹੜਾ ਨਾ ਉਹ ਆਪਦੇ ਭਗਤਾਂ ਦੀ ਬੋਲ ਪਹਿਲਾਂ ਪਗਾਉਂਦਾ। ਭਗਤ ਬਾਣੀ ਅੰਦਰ ਅਕਾਲ ਗੋ ਬਾਣੀ ਦਰਜ, ਜਿਸ ਤਰ੍ਹਾਂ ਮੇਰੀ ਬਾਂਦੀ ਭਗਤ ਛੁਡਾਵੈ, ਬਾਂਧੈ ਭਗਤ ਨ ਛੂਟੈ ਮੋਹੇ। ਅਕਾਲ ਪੁਰਖ ਪਰਮੇਸ਼ਰ ਕਹਿੰਦੇ ਜੇ ਮੈਂ ਕਿਸੇ ਦੀ ਬੰਨ ਦੇਵਾਂ ਕੋਈ ਕਿਰਿਆ, ਉਹ ਭਗਤ ਛੁਡਾ ਸਕਦਾ, ਪਰ ਭਗਤ ਬੰਨ ਦੇਵੇ ਮੈਂ ਵੀ ਨਹੀਂ ਛੁਡਾ ਸਕਦਾ। ਤੋ ਮੋਹ ਪੈ ਫੁਨ ਜਵਾਬ ਨਾ ਹੋਏ, ਵੀ ਮੇਰੇ ਤੋਂ ਜਵਾਬ ਕੋਈ ਨਹੀਂ। ਜੇ ਮੈਨੂੰ ਭਗਤ ਕਿਤੇ ਬੰਨ ਵੀ ਦੇਵੇ ਨਾ ਲਿਆ ਕੇ, ਜਾਂ ਮੇਰੇ ਤੇ ਵੀ ਬੰਨ ਦੇਵੇ ਕੋਈ ਭਗਤ, ਤੇ ਮੇਰੇ ਪਾਸ ਭਾਈ ਅੱਗੋਂ ਕੋਈ ਜਵਾਬ ਮੋੜਾ ਨਹੀਂ ਹੈ ਭਗਤ ਵਾਸਤੇ। ਤੋ ਇਸ ਤਰ੍ਹਾਂ ਦਾ ਪ੍ਰਸੰਗ ਆਪਾਂ ਸ਼ਰਵਣ ਕੀਤਾ। ਸਮਾਂ ਉੱਪਰ ਹੋਇਆ ਖਿਮਾ। ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀ ਸਿੱਖਿਆ ਪਈ ਆਪ ਸਾਰੀ ਸੰਗਤ ਦੇ ਹਿਰਦੇ ਵਸੇ। ਤੋ ਜਿਸ ਕਰਕੇ ਸਾਡੀ ਜਿਹੜੀ ਦ੍ਰਿਸ਼ਟੀ ਹੈ ਉਹਦੇ ਵਿੱਚ ਸਾਨੂੰ ਵੀ ਇਹ ਸਿੱਖਾਂ ਦੇ ਪ੍ਰਥਾ ਇੱਕ ਦੂਜੇ ਦੇ ਤਾਈਂ ਪ੍ਰੇਮ ਜਾਗੇ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਲਈਏ। ਹੋਈਆਂ ਭੁੱਲਾਂ ਦੀ ਖਿਮਾ, ਹਿਰਦੇ ਭਰੋਸਾ ਬੱਜੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਪਨ ਪ੍ਰਤੱਗਿਆ ਤਜ ਰਣ ਮਾਹੀ। ਗਹੇ ਸ਼ਸਤਰ ਮਾਰਨ ਹਿਤ ਤਾਹੀ। ਧੁਰ ਕੀ ਬਾਣੀ ਪ੍ਰਭ ਕੇਰੀ। ਸਿੱਖਣ ਸਭ ਵਿਚਾਰ ਕਰ ਹੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ